ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹੁ ਸਿਰ ਸਾਹਾੰਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੂਏ ਸਿਰ ਨਾਈ। ਓਏ ਲੈ ਜਾ ਰੇ ਓਏ ਲੈ ਗਾਡੇ ਤੇਰੀ ਗਤ ਦੋਹੂ ਨਾ ਪਾਈ। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ। ਓਏ ਲੈ ਜਾ ਰੇ ਓਏ ਲੈ ਗਾਡੇ ਤੇਰੀ ਗਤ ਦੋਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ ਚੌਹ ਦਿਸ ਪਸਰਿਓ ਹੈ ਜਮ ਜੀਵਰਾ।
ਰਹਾਉ। ਕਵਿਤ ਪੜ੍ਹੇ ਪੜ੍ਹ ਕਵਿਤਾ ਮੂਏ, ਕੱਪੜ ਕੀ ਧਾਰੈ ਜਾਈ। ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗਤ ਇਨਹਿ ਨਾ ਪਾਈ। ਦਰਬ ਸੰਚ ਸੰਚ ਰਾਜੇ ਮੂਏ, ਗੱਡ ਲੈ ਕੰਚਨ ਭਾਰੀ। ਵੇਦ ਪੜ੍ਹੇ ਪੜ੍ਹ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ। ਰਾਮ ਨਾਮ ਬਿਨ ਸਭੈ ਬਿਗੂਤੇ, ਦੇਖਹੁ ਨਿਰਖ ਸਰੀਰਾ। ਹਰਿ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ ਕਬੀਰਾ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਘਰ ਪਹਿਲਾ ਏਕ ਓੰਕਾਰ, ਸਤਿਗੁਰ ਪ੍ਰਸਾਦਿ। ਬੁੱਤ ਪੂਜ ਪੂਜ ਹਿੰਦੂ ਮੂਏ, ਤਿਰਕ ਮੂਏ ਸਿਰ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ, ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਜਿਸ ਪ੍ਰਕਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਸੇਵਾ ਹੋਈ ਹੈ, ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਪਿੱਛੇ ਸੋਰਠ ਰਾਗ ਦੇ ਅੰਦਰ ਸੋਰਠ ਦੀ ਵਾਰ ਜੋ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ, ਔਰ ਸ਼ਲੋਕ ਅਤੇ ਮਹੱਲੇ ਤੀਸਰੇ ਪਾਤਸ਼ਾਹ, ਪਹਿਲੇ ਪਾਤਸ਼ਾਹ, ਇਸੇ ਪ੍ਰਕਾਰ ਦੂਸਰੇ ਪਾਤਸ਼ਾਹ ਜੀ ਔਰ ਚੌਥੇ ਪਾਤਸ਼ਾਹ ਜੀ ਦੇ ਉਸ ਵਾਰ ਦੀ ਸੰਪੂਰਨਤਾ ਤੋਂ ਉਪਰੰਤ ਅੱਜ ਸੋਰਠ ਰਾਗ ਦੇ ਅੰਦਰ ਭਗਤ ਬਾਣੀ ਦੀ ਕਥਾ ਆਰੰਭ ਹੁੰਦੀ ਹੈ, ਜਿੱਥੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ। ਇਸੇ ਪ੍ਰਕਾਰ ਹੀ ਭੱਟਾਂ ਦੀ ਬਾਣੀ ਦਰਜ ਹੈ, ਪ੍ਰੇਮੀ ਗੁਰਸਿੱਖਾਂ ਦੀ ਬਾਣੀ ਦਰਜ ਹੈ, ਉੱਥੇ ਭਗਤਾਂ ਦੀ ਵੀ ਬਾਣੀ ਦਰਜ ਹੈ, ਜਿਨ੍ਹਾਂ ਦੇ ਵਿੱਚੋਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਇਸੇ ਪ੍ਰਕਾਰ ਭਗਤ ਧੰਨਾ ਜੀ, ਸੂਰਦਾਸ ਜੀ, ਸਧਨਾ ਜੀ, ਤਲੋਚਨ ਜੀ, ਨਾਮਦੇਵ ਜੀ, ਜੈਦੇਵ ਜੀ, ਰਾਮਾਨੰਦ ਜੀ, ਇਸੇ ਪ੍ਰਕਾਰ ਇਹਨਾਂ ਭਗਤਾਂ ਦੀ ਬਾਣੀ ਦਰਜ ਹੈ। ਸੋਰਠ ਰਾਗ ਦੇ ਅੰਦਰ ਅੱਜ
ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ਼ਬਦ ਆਰੰਭ ਹੁੰਦੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਪਾਸ ਕਿਸੇ ਜਗਿਆਸੂ ਨੇ ਬੇਨਤੀ ਕੀਤੀ, ਜਿਹਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਇੱਛਾ ਹੋਵੇ, ਉਸ ਨੂੰ ਜਗਿਆਸੂ ਆਖਿਆ ਜਾਂਦਾ। ਜਿਹੜਾ ਜਾਗਿਆ ਹੋਇਆ, ਸੁੱਤਾ ਨਹੀਂ, ਇਹ ਸੰਸਾਰ ਦੀ ਨੀਂਦ ਦੇ ਅੰਦਰ, ਮੋਹ ਮਾਇਆ ਦੀ ਨੀਂਦ ਦੇ ਵਿੱਚੋਂ ਜਿਹੜਾ ਜਾਗਿਆ ਹੋਇਆ, ਜਿਹੜਾ ਆਤਮਾ ਅਤੇ ਪ੍ਰਮਾਤਮਾ ਦੀ ਏਕਤਾ ਕਰਨਾ ਚਾਹੁੰਦਾ, ਉਸ ਨੂੰ ਜਗਿਆਸੂ ਆਖਿਆ ਜਾਂਦਾ। ਅਤੇ ਭਗਤ ਜੀ ਹਰ ਰੋਜ਼ ਸਤ ਸੰਗਤ ਕਰਦੇ, ਸੰਗਤਾਂ ਨੂੰ ਉਪਦੇਸ਼ ਸਰਵਣ ਕਰਾਉਂਦੇ। ਕਿਸੇ ਜਗਿਆਸੂ ਨੇ ਬੇਨਤੀ ਕੀਤੀ ਕਿ ਮਹਾਰਾਜ, ਉਹ ਪ੍ਰਮਾਤਮਾ ਪਰਮੇਸ਼ਰ ਜੋ ਹੈ, ਅਸਲ ਰੂਪ ਦੇ ਵਿੱਚ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਵੀ ਸੰਸਾਰ ਦੇ ਅੰਦਰ ਰਾਹ ਬੜੇ ਹੈ, ਰਸਤੇ ਬੜੇ ਉਹਦੀ ਪ੍ਰਾਪਤੀ ਦੇ। ਉਹ ਵੱਖੋ ਵੱਖਰੇ ਧਰਮਾਂ ਦੇ ਵੱਖੋ ਵੱਖਰੇ ਬਣਾਏ ਹੋਏ ਹੈ। ਵੀ ਅਸਲ ਰੂਪ ਦੇ ਵਿੱਚ ਉਹ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਉਸ ਸਮੇਂ ਭਗਤ ਕਬੀਰ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ, ਜਿਸ ਦੇ ਅੰਦਰ ਭਗਤ ਜੀ ਰਹਾਉ ਦੀਆਂ ਪੰਕਤੀਆਂ ਅੰਦਰ ਬਚਨ ਕਰਦੇ ਹਨ, ਆਪਣੇ ਮਨ ਨੂੰ ਸੰਬੋਧਨ ਕਰਕੇ ਕਿ ਮਨ ਰੇ ਸੰਸਾਰ ਅੰਧ ਗਹਿਰਾ, ਚਹੋ ਦਿਸ ਪਸਰਿਓ ਹੈ ਜਮ ਜੇਵਰਾ। ਭਗਤ ਜੀ ਕਹਿੰਦੇ, ਹੇ ਮਨਾ, ਇਹ ਜਿਹੜਾ ਸੰਸਾਰ ਹੈ ਅੰਧ ਗਹਿਰਾ, ਜਿੱਥੇ ਅੰਧ ਹੈ, ਦਿਸਦਾ ਕੁਝ ਨਹੀਂ, ਅਤੇ ਗਹਿਰਾ ਬੜਾ ਡੂੰਘਾ ਹੈ, ਬੜਾ ਗਾੜਾ ਹਨੇਰਾ ਇਹ ਸੰਸਾਰ ਦੇ ਅੰਦਰ। ਚਾਹੋ ਦਿਸ ਪਸਰਿਓ ਹੈ ਜਮ ਜੇਵਰਾ, ਕਿ ਚਾਰੇ ਤਰਫਾਂ ਤੋਂ ਹੀ ਜਿਹੜੇ ਜਮ ਹਨ, ਜਿਵੇਂ ਕਿਸੇ ਨੂੰ ਚਾਰੇ ਪਾਸਿਆਂ ਤੋਂ ਰੱਸਿਆਂ ਨਾਲ ਬੰਨ੍ਹ ਦਈਏ, ਫਿਰ ਉਹ ਹਿਲਦਾ ਨਹੀਂ। ਇਸੇ ਪ੍ਰਕਾਰ ਹੀ ਇਹ ਸੰਸਾਰ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਇਹ ਸਭ ਰੱਸੇ ਹੀ ਹੈ, ਜਿਨ੍ਹਾਂ ਦੇ ਨਾਲ ਜੀਵ ਇੰਨਾ ਵੱਧ ਜਾਂਦਾ, ਫਿਰ ਹਿਲਦਾ ਨਹੀਂ। ਇਸੇ ਪ੍ਰਕਾਰ ਭਗਤ ਜੀ ਕਹਿੰਦੇ, ਸੰਸਾਰ ਦੇ ਅੰਦਰ ਜੀਵ ਜਿਹੜਾ ਚਹੋ ਦਿਸ ਪਸਰਿਓ ਹੈ ਜਮ ਜੇਵਰਾ। ਜੇਵੜਾ ਰੱਸੀ ਨੂੰ ਕਹਿੰਦੇ, ਕਿ ਜਮਾਂ ਦੀ ਐਸੀ ਰੱਸੀ ਇਸ ਨੂੰ ਪਈ ਹੈ ਕਿ ਬੱਝਿਆ ਹੋਇਆ ਸੰਸਾਰ ਦੇ ਅੰਦਰ। ਜਿੱਦਾਂ ਦੀ ਕੋਈ ਰੀਤੀ ਬਣਾ ਦਿੱਤੀ ਗਈ, ਉਹਦੇ 'ਤੇ ਚੱਲੀ ਜਾਂਦਾ। ਜੇ ਕਿਸੇ ਨੇ ਕਹਿ ਦਿੱਤਾ ਵੀ ਮੂਰਤਾਂ ਦੇ ਅੰਦਰ, ਬੁੱਤਾਂ ਦੇ ਅੰਦਰ ਰੱਬ ਹੈ, ਅਤੇ ਉਹਨਾਂ ਨੂੰ ਹੀ ਪੂਜਣਾ ਸ਼ੁਰੂ ਕਰ ਦਿੱਤਾ। ਇਸੇ ਪ੍ਰਕਾਰ ਹੀ ਜੇ ਕਬਰਾਂ ਦੀ ਗੱਲ ਆਈ, ਹਿੰਦੂ ਮਤ, ਮੁਸਲਮਾਨ ਮਤ, ਉਹਨਾਂ ਦੋਹਾਂ ਦੇ ਅੰਦਰ ਹੀ ਬੁੱਤ ਪ੍ਰਸਤੀ ਦੀ ਪੂਜਾ ਹੈ। ਗੁਰਮਤਿ ਦੇ ਅੰਦਰ, ਗੁਰੂ ਘਰ ਦੇ ਅੰਦਰ ਕੇਵਲ ਅਕਾਲ ਪੁਰਖ ਦੀ ਪੂਜਾ ਹੈ। ਤੋ ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇਹ ਉਪਦੇਸ਼, ਇਹ ਸਿੱਖਿਆ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੇ ਯਤਨ ਕਰੀਏ ਜੀ। ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਘਰ ਪਹਿਲਾ। ਸੋਰਠ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਰੰਭ ਹੁੰਦੀ ਹੈ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ਼ਬਦ ਆਰੰਭ ਹੁੰਦੇ ਆ ਘਰ ਪਹਿਲਾ। ਸੰਗੀਤ ਦੇ ਨਿਯਮਾਂ ਅਨੁਸਾਰ, ਰਾਗ ਦੇ ਨਿਯਮਾਂ ਅਨੁਸਾਰ ਇਸ ਨੂੰ ਪਹਿਲੇ ਘਰ ਦੇ ਅੰਦਰ ਸ਼ਬਦ ਨੂੰ ਗਾਉਣ ਦੀ ਆਗਿਆ ਹੈ।
ਅੱਗੇ ਮੰਗਲ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਇੱਕ ਹੈ। ਓੰਕਾਰ ਉਹ ਸਭ ਦਾ ਪ੍ਰਕਾਸ਼ਕ ਹੈ। ਤੇ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਅਕਾਲ ਪੁਰਖ ਪਰਮੇਸ਼ਰ ਦੀ, ਜਿਹਨੂੰ ਸਤਿਗੁਰੂ ਜੀ ਕਹਿੰਦੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਉਹਦੀ ਪ੍ਰਾਪਤੀ ਹੁੰਦੀ ਹੈ। ਇੱਕ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਜੀਵ ਦੀ ਏਕਤਾ ਹੋ ਜਾਂਦੀ ਹੈ। ਏਕਤਾ ਕਿਸ ਚੀਜ਼ ਦੀ ਹੋਣੀ ਹੈ? ਆਤਮਾ ਦੀ ਤੇ ਪਰਮਾਤਮਾ ਦੀ, ਜੀਵ ਦੀ ਔਰ ਈਸ਼ਰ ਦੀ। ਇਹਨਾਂ ਦੀ ਏਕਤਾ ਦੇ ਵਿੱਚ ਹੀ ਉਹ ਇੱਕ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਭਗਤ ਕਬੀਰ ਸਾਹਿਬ ਜੀ ਸ਼ਬਦ ਆਰੰਭ ਕਰਦੇ ਹਨ। ਬੁੱਤ ਪੂਜ ਪੂਜ ਹਿੰਦੂ ਮੂਏ। ਭਗਤ ਜੀ ਬਚਨ ਕਰਦੇ ਹਨ ਕਿ ਬੁੱਤ ਜਿਹੜੇ ਹੁੰਦੇ ਆ, ਅਸਲ ਦੀ ਨਕਲ ਤਿਆਰ ਕਰਨੀ। ਪਰਮੇਸ਼ਰ ਪਰਮਾਤਮਾ ਅਸਲ ਹੈ, ਅਸਲ ਰੂਪ ਦੇ ਵਿੱਚ ਹੈ, ਪਰ ਉਹਦੀ ਨਕਲ ਤਿਆਰ ਕਰਕੇ ਉਸ ਨੂੰ ਰੱਬ ਮੰਨਣਾ। ਜੇ ਕੋਈ ਨਕਲ ਨੂੰ ਹੀ ਪੂਜੀ ਜਾਏ ਤੇ ਅਸਲ ਨੂੰ ਨਾ ਪਛਾਣੇ, ਫਿਰ ਉਹਦੀ ਉਹ ਸਾਰੀ ਕੀਤੀ ਘਾਲਣਾ ਮਿਹਨਤ ਸਭ ਨਿਸ਼ਫਲ ਚਲੀ ਜਾਂਦੀ ਹੈ, ਕਿਉਂਕਿ ਨਕਲ ਨੂੰ ਪੂਜਦਾ ਰਿਹਾ। ਤੇ ਬੁੱਤ ਦੀ ਜਿਹੜੀ ਪੂਜਾ ਹੈ ਹਿੰਦੂ ਮਤ ਦੇ ਅੰਦਰ, ਇਹ ਭਗਤ ਨਾਰਦ ਜੀ ਦੁਆਰਾ ਆਰੰਭ ਹੋਈ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ, ਨਾਰਦ ਕਹਿ ਸੇ ਪੂਜ ਕਰਾਹੀ। ਕਿ ਨਾਰਦ ਜੀ ਨੂੰ ਬੇਨਤੀ ਕੀਤੀ ਕਿ ਰੱਬ ਦਿਸਦਾ ਨਹੀਂ, ਉਹ ਪਰਮਾਤਮਾ ਦਾ ਪਤਾ ਕੁਝ ਨਹੀਂ ਚੱਲਦਾ, ਫਿਰ ਉਹਦਾ ਧਿਆਨ ਕਿਵੇਂ ਲਾਈਏ, ਉਹਨੂੰ ਚੇਤੇ ਕਿਵੇਂ ਕਰੀਏ, ਉਹਦੀ ਪੂਜਾ ਕਿਵੇਂ ਕਰੀਏ, ਉਹਨੂੰ ਮੰਨੀਏ ਕਿਸ ਤਰ੍ਹਾਂ ਜਦੋਂ ਦਿਸਦਾ ਹੀ ਨਹੀਂ। ਉਸ ਸਮੇਂ ਕਹਿੰਦੇ ਭਗਤ ਨਾਰਦ ਜੀ ਨੇ, ਜਿਹੜਾ ਨਾਰਦ ਮੁਨੀ ਹੈ, ਇਸ ਨੇ ਇੱਕ ਮੂਰਤੀ ਬਣਾਈ ਭਗਵਾਨ ਦੀ। ਉਹ ਇਸ ਕਰਕੇ ਕਿ ਲਾਉਣ ਵਾਸਤੇ, ਧਿਆਨ ਨੂੰ ਟਿਕਾਉਣ ਵਾਸਤੇ। ਜਿਵੇਂ ਇੱਕ ਛੋਟਾ ਬੱਚਾ ਜਦੋਂ ਰਿੜ੍ਹਦਾ, ਉਹਨੂੰ ਤੁਰਨਾ ਨਹੀਂ ਆਉਂਦਾ, ਅਤੇ ਉਹਦੇ ਵਾਸਤੇ ਉਸ ਨੂੰ ਇੱਕ ਗੰਢੀਰਾ ਦਿੰਦੇ। ਜਦੋਂ ਉਹਦੇ ਨਾਲ ਉਹ ਤੁਰਨਾ ਸਿੱਖ ਜਾਂਦਾ, ਫਿਰ ਉਹ ਗੰਢੀਰਾ ਛੱਡ ਦਿੰਦਾ, ਮੁੜ ਕੇ ਨਹੀਂ ਗੰਢੀਰਾ ਲੈਂਦਾ, ਵੀ ਸਾਰੀ ਉਮਰ ਉਹ ਗੰਢੀਰਾ ਹੀ ਲਈ ਫਿਰਦਾ। ਉਹ ਨਾਰਦ ਮੁਨੀ ਜੀ ਦਾ ਜਿਹੜਾ ਸਿਧਾਂਤ ਉਹ ਇਹੀ ਸੀ ਕਿ ਮਨ ਨੂੰ ਟਿਕਾਉਣ ਵਾਸਤੇ, ਮਨ ਨੂੰ ਰੋਕਣ ਵਾਸਤੇ ਇਹ ਮੂਰਤਾਂ ਸਨ। ਕਿ ਰੱਬ ਇੱਦਾਂ ਦਾ ਹੈ, ਭਗਵਾਨ ਇੱਦਾਂ ਦਾ ਹੈ, ਇੱਦਾਂ ਉਹਦੀ ਪੂਜਾ ਕਰੀਦੀ ਹੈ। ਅੰਦਰੋਂ ਸ਼ਰਧਾ ਅਤੇ ਉਹ ਭਾਵਨਾ ਪੈਦਾ ਕਰਨ ਵਾਸਤੇ। ਕਿ ਜਦੋਂ ਉਹ ਪੈਦਾ ਹੋ ਗਈ, ਫਿਰ ਇਹ ਆਪਣੀ ਆਤਮਾ ਦੇ ਨਾਲ ਜੁੜ ਜਾਏਗਾ, ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ। ਪਰ ਸਮੇਂ ਦੇ ਨਾਲ ਨਾਲ ਕੀ ਹੋਇਆ ਵੀ ਉਸੇ ਨੂੰ ਹੀ ਰੱਬ ਮੰਨ ਲਿਆ। ਪਾਹਨ ਮੈਂ ਪਰਮੇਸ਼ਰ ਨਾਹੀਂ, ਪੱਥਰ ਦੇ ਵਿੱਚ ਰੱਬ ਨਹੀਂ ਪਰ ਮੰਨ ਲਿਆ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਪਾਂ ਨਿਤਨੇਮ ਦੀਆਂ ਬਾਣੀਆਂ ਅੰਦਰ ਪੜ੍ਹਦੇ ਹਾਂ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ। ਕਿ ਕਿਸੇ ਨੇ ਉਸ ਭਗਵਾਨ ਨੂੰ ਪੱਥਰ ਬਣਾ ਕੇ ਤੇ ਗਲ ਦੇ ਵਿੱਚ ਬੰਨ੍ਹ ਲਿਆ, ਕਿਸੇ ਨੇ ਸਿਰ ਦੇ ਉੱਤੇ ਰੱਖ ਲਿਆ। ਪਰ ਸਤਿਗੁਰੂ ਜੀ ਕਹਿੰਦੇ ਇੱਦਾਂ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਜੀਵ ਭਗਤੀ ਕਰਦਾ ਹੋਇਆ ਆਤਮਾ ਅਤੇ ਪਰਮਾਤਮਾ ਦੀ ਏਕਤਾ ਕਰ ਲਵੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਬੁੱਤ ਪੂਜ ਪੂਜ ਹਿੰਦੂ ਮੂਏ। ਕਿ ਬੁੱਤਾਂ ਦੀ ਪੂਜਾ ਕਰਦਿਆਂ ਹੋਇਆਂ ਸੰਸਾਰ ਦੇ ਅੰਦਰ ਹਿੰਦੂ ਲੋਕ ਜਿਹੜੇ ਹਨ, ਉਹ ਆਪਣੇ ਜੀਵਨ ਦੀ ਯਾਤਰਾ ਨੂੰ ਸਫਲ ਕਰਕੇ ਮਰ ਖਪ ਜਾਂਦੇ ਹਨ। ਤੁਰਕ ਮੂਏ ਸਿਰ ਨਾਈ। ਇਸੇ ਪ੍ਰਕਾਰ ਹੀ ਜਿਹੜੇ ਤੁਰਕ ਹਨ, ਮੁਸਲਮਾਨ ਹਨ, ਉਹ ਸਿਰ ਨਾਈ, ਉਹ ਸਿਰ ਨੂੰ ਨਵਾ ਨਵਾ ਕੇ ਝੁਕਾਉਂਦੇ ਆ ਵਾਰ-ਵਾਰ। ਉਹ ਵੀ ਮੱਕੇ ਦੇ ਅੰਦਰ ਇੱਕ ਸਿਲਾ ਹੈ, ਇੱਕ ਪੱਥਰ ਹੈ, ਉਸ ਨੂੰ ਚੁੰਮਦੇ ਆ ਜਦੋਂ ਹੱਜ ਕਰਦੇ ਆ। ਫਿਰ ਉਹਦੇ ਪਾਣੀ ਨੂੰ ਪੀਂਦੇ ਆ ਧੋ ਕੇ, ਕਿ ਪਾਪ ਧੋਤੇ ਜਾਂਦੇ ਆ। ਜਿਸ ਨੂੰ ਉਹ ਨਾਮ ਦਿੰਦੇ ਆ ਵੱਖੋ ਵੱਖਰੇ, ਕਿ ਆਬੇ ਹਯਾਤ ਹੈ,
ਇਹ ਪਾਣੀ ਬੜਾ ਪਵਿੱਤਰ ਹੈ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਤੁਰਕ ਮੂਏ ਸਿਰ ਨਾਈ। ਜਿਹੜੇ ਤੁਰਕ ਹਨ ਮੁਸਲਮਾਨੀ ਮਤ ਦੇ ਅੰਦਰ, ਉਹਨਾਂ ਦੇ ਅੰਦਰ ਵੀ ਕਬਰਾਂ ਦੀ ਪੂਜਾ ਹੈ ਅਤੇ ਉਹ ਵੀ ਇਸੇ ਢੰਗ ਤਰੀਕੇ ਦੇ ਨਾਲ ਉੱਥੇ ਹੀ ਉਹਨਾਂ ਨੇ ਅੱਲਾ ਮੰਨ ਲਿਆ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਹਨ, ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅੱਲ੍ਹ ਮੁਕਾਮਾ। ਭਗਤ ਜੀ ਕਹਿੰਦੇ ਕਿ ਜੇ ਦੱਖਣ ਦੇ ਵਿੱਚ ਪ੍ਰਮਾਤਮਾ ਹਰੀ ਵਿਸ਼ਨੂੰ ਜੀ ਰਹਿੰਦੇ ਹੈ ਅਤੇ ਪੱਛਮ ਦੇ ਵਿੱਚ ਅੱਲਾ ਰਹਿੰਦਾ ਹੈ, ਅਤੇ ਬਾਕੀ ਦੀਆਂ ਜਿਹੜੀਆਂ 4 ਦਿਸ਼ਾਵਾਂ 8 ਦਿਸ਼ਾਵਾਂ ਹੋਰ ਹਨ ਉੱਥੇ ਕੌਣ ਰਹਿੰਦਾ? ਅਵਰ ਮੁਲਕ ਕਿਸ ਕੇਰਾ, ਵੀ ਇਹਨਾਂ ਦੋਵਾਂ 'ਚ ਤਾਂ ਰੱਬ ਰਹਿੰਦਾ ਅਤੇ ਬਾਕੀ ਮੁਲਕ ਜਿਹੜਾ ਦੁਨੀਆ ਵਸਦੀ ਹੈ ਉਹ ਕਿਹਦੇ ਆਸਰੇ? ਇਸ ਪ੍ਰਕਾਰ ਜਿਹੜਾ ਕਣ ਕਣ ਦੇ ਵਿੱਚ ਰਮਿਆ ਹੋਇਆ ਪਰਮੇਸ਼ਰ ਹੈ ਨਾ, ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਉਹਦੀ ਪ੍ਰਾਪਤੀ ਭਗਤ ਜੀ ਕਹਿੰਦੇ ਨਾਮ ਅਤੇ ਬੰਦਗੀ ਦੁਆਰਾ ਹੁੰਦੀ ਹੈ। ਇਸ ਕਰਕੇ ਉਹਦੇ ਤੋਂ ਬਿਨਾਂ, ਨਾਮ ਦੀ ਕਮਾਈ ਤੋਂ ਬਿਨਾਂ ਤੁਰਕ ਮੂਏ ਸਿਰ ਨਾਈ। ਮੁਸਲਮਾਨੀ ਮਤ ਦੇ ਅੰਦਰ ਵੀ ਉਹ ਸਿਜਦੇ ਕਰਦੇ ਹੋਏ ਖਪ ਜਾਂਦੇ ਹਨ। ਓਏ ਲੈ ਜਾਰੇ ਓਏ ਲੈ ਗਾਡੇ। ਭਗਤ ਜੀ ਕਹਿੰਦੇ ਜਦੋਂ ਜੀਵ ਦਾ ਸਰੀਰ ਜਿਹੜਾ ਸ਼ਾਂਤ ਹੋ ਜਾਂਦਾ, ਚੜ੍ਹਾਈ ਕਰ ਜਾਂਦਾ, ਓਏ ਲੈ ਜਾਰੇ। ਹਿੰਦੂ ਮਤ ਦੇ ਅੰਦਰ ਤੇ ਉਹਦੀ ਕਿਰਿਆ ਇਹ ਹੈ ਵੀ ਉਹ ਸਾੜਿਆ ਜਾਂਦਾ, ਜਲਾਇਆ ਜਾਂਦਾ ਅੱਗ ਦੇ ਅੰਦਰ। ਅਤੇ ਮੁਸਲਮਾਨੀ ਮਤ ਦੇ ਅੰਦਰ ਹੈ ਓਏ ਲੈ ਗਾਡੇ, ਉਹ ਕਬਰ ਬਣਾ ਕੇ ਤੇ ਗੱਡ ਦਿੰਦੇ ਹਨ। ਤੇਰੀ ਗਤ ਦੁਹੂ ਨਾ ਪਾਈ। ਭਗਤ ਜੀ ਕਹਿੰਦੇ ਪਰਮੇਸ਼ਵਰ ਵਾਹਿਗੁਰੂ ਤੇਰੀ ਜਿਹੜੀ ਗਤ ਪ੍ਰਾਪਤੀ ਦੀ ਮਰਿਆਦਾ ਹੈ ਦੋਵਾਂ ਨੇ ਨਹੀਂ ਜਾਣੀ। ਦੋਵਾਂ ਨੇ ਇਸ ਚੀਜ਼ ਨੂੰ ਨਹੀਂ ਸਮਝਿਆ ਕਿ ਉਹ ਜਿਹੜਾ ਸਰੀਰ ਇਸ ਕਰਕੇ ਜਲਾਉਂਦੇ ਹੈ ਵੀ ਇਹ ਹੋਰ ਜੂਨਾਂ ਦੇ ਅੰਦਰ ਪੈ ਗਿਆ, ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਨੂੰ। ਮੁਸਲਮਾਨੀ ਮਤ ਦੇ ਅੰਦਰ ਇਸ ਕਰਕੇ ਗੱਡ ਦਿੰਦੇ ਹੈ ਵੀ ਜਦੋਂ ਪਰਲੋ ਦਾ ਸਮਾਂ ਹੋਇਆ, ਫਿਰ ਇੱਕ ਅਜਰਾਈਲ ਫਰਿਸ਼ਤਾ ਹੈ, ਉਹਨੇ ਆਉਣਾ, ਫਿਰ ਸਾਰੀਆਂ ਕਬਰਾਂ 'ਚੋਂ ਰੂਹਾਂ ਉੱਠਣੀਆਂ, ਫਿਰ ਉਹ ਸਾਰੀਆਂ ਬਹਿਸ਼ਤਾਂ ਨੂੰ ਚਲੀਆਂ ਜਾਣੀਆਂ, ਸਵਰਗਾਂ ਨੂੰ ਚਲੀਆਂ ਜਾਣੀਆਂ। ਇੱਦਾਂ ਉਹ ਮੰਨਦੇ ਹੈ। ਪਰ ਉਹ 5 ਤੱਤਾਂ ਦੀ ਮਿੱਟੀ ਹੈ ਜਿਹੜੀ ਵਿੱਚੋਂ ਚੀਜ਼ ਸੀ ਉਹ ਤਾਂ ਨਿਕਲ ਗਈ। ਜਿਹਨੇ ਰੱਬ ਨੂੰ ਮਿਲਣਾ ਸੀ ਉਹ ਤਾਂ ਵਿੱਚ ਨਹੀਂ ਰਿਹਾ। ਇਹ ਤਾਂ ਮਿੱਟੀ ਹੈ 5 ਤੱਤਾਂ ਦੀ, ਇੱਥੋਂ ਬਣੀ ਇੱਥੇ ਰਲ ਗਈ। ਇਸ ਕਰਕੇ ਭਗਤ ਜੀ ਕਹਿੰਦੇ ਤੇਰੀ ਗਤ ਦੁਹੂ ਨਾ ਪਾਈ। ਦੋਵਾਂ ਨੇ ਹੀ ਪਰਮੇਸ਼ਰ ਵਾਹਿਗੁਰੂ ਤੇਰੀ ਪ੍ਰਾਪਤੀ ਦੀ ਜਿਹੜੀ ਗਤ ਮਰਿਆਦਾ ਸੀ ਉਸ ਨੂੰ ਨਹੀਂ ਪਾਇਆ। ਮਨ ਰੇ ਸੰਸਾਰ ਅੰਧ ਗਹਿਰਾ। ਇਸ ਕਰਕੇ ਭਗਤ ਜੀ ਕਹਿੰਦੇ ਹੇ ਮਨਾ, ਇਹ ਸੰਸਾਰ ਜਿਹੜਾ ਬੜਾ ਅੰਧ ਗਹਿਰਾ, ਬੜਾ ਹੀ ਹਨੇਰੇ ਵਾਲਾ, ਜਿਵੇਂ ਖੂਹ ਹੋਵੇ ਡੂੰਘਾ, ਉਹਦੇ ਵਾਂਗ ਇਹ ਸੰਸਾਰ ਹੈ, ਦਿਸਦਾ ਨਹੀਂ ਕੁਝ ਵੀ। ਚਹੁ ਦਿਸ ਪਸਰਿਓ ਹੈ ਜਮ ਜੇਵਰਾ। ਚਾਰੇ ਤਰਫ ਹੀ ਇੱਥੇ ਜਮ ਜਿਹੜੇ ਹੈ ਨਾ ਉਹ ਰੱਸਿਆਂ ਦਾ ਰੂਪ ਲੈ ਕੇ ਜੀਵ ਨੂੰ ਪਏ ਹੋਏ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਭ ਜਮਾਂ ਦੇ ਰੂਪ ਹਨ ਅਤੇ ਇਹ ਰੱਸਿਆਂ ਦੇ ਨਾਲ ਜੀਵ ਵੱਜ ਗਿਆ ਹੈ। ਰਹਾਉ ਕਬਿਤ ਪੜ੍ਹੇ ਪੜ੍ਹ ਕਵਿਤਾ ਮੂਏ। ਫਿਰ ਉਹ ਜਗਿਆਸੂ ਨੇ ਬੇਨਤੀ ਕੀਤੀ ਜੀ ਚਲੋ ਇਹ ਤੇ ਬੁੱਤ ਪੂਜਦੇ ਹੈ, ਪੱਥਰਾਂ ਦੀ ਪੂਜਾ ਕਰਦੇ ਹੈ। ਫਿਰ ਜਿਹੜੇ ਕੋਈ ਪੜ੍ਹੇ ਲਿਖੇ ਲੋਕ ਹਨ ਉਹਨਾਂ ਕੋਲੇ ਤੇ ਗਿਆਨ ਹੋਏਗਾ ਨਾ, ਉਹ ਨਹੀਂ ਮੰਨਦੇ ਵੀ ਇਹ ਚਲੋ ਪੱਥਰ ਪੂਜਦੇ ਹੈ। ਪਰ ਜਿਹੜੇ ਕੋਈ ਪੜ੍ਹੇ ਲਿਖੇ ਹੈ, ਗਿਆਨ ਧਿਆਨ ਰੱਖਣ ਵਾਲੇ ਹੈ, ਭਗਤ ਜੀ ਕਹਿੰਦੇ ਕਵਿਤ ਪੜ੍ਹੇ ਪੜ੍ਹ ਕਵਿਤਾ ਮੂਏ। ਤਰ੍ਹਾਂ ਤਰ੍ਹਾਂ ਦੀ ਕਵਿਤਾ ਨੂੰ ਰਚਣ ਵਾਲੇ ਜਿਹੜੇ ਕੋਈ ਕਵੀ ਲੋਕ ਹਨ, ਉਹ ਆਪਣੀ ਕਵਿਤਾ ਦੇ ਹੰਕਾਰ ਦੇ ਵਿੱਚ ਹੀ ਪੜ੍ਹ ਪੜ੍ਹ ਕੇ ਤੇ ਮਰ ਜਾਂਦੇ ਹੈ। ਉਹਨਾਂ ਨੂੰ ਇਹੀ ਬੜਾ ਹੰਕਾਰ ਹੈ ਕਿ ਕਵਿਤਾ ਬੜੀ ਸੁੰਦਰ ਰਚਦੇ ਹੈ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਤਿਗੁਰਾਂ ਨੇ 52 ਕਵੀ ਪਾਉਂਟਾ ਸਾਹਿਬ ਰੱਖੇ, ਅਤੇ ਉੱਥੇ ਇੱਕ ਕੋਈ ਕਵੀ ਚਲੇ ਗਿਆ, ਕਹਿੰਦਾ ਜੀ ਮੇਰੀ ਕਵਿਤਾ ਬੜੀ ਕਠਿਨ ਹੈ, ਇਹਦੇ ਕੋਈ ਅਰਥ ਨਹੀਂ ਕਰ ਸਕਦਾ, ਜਿਹੜੇ ਇਹਦਾ ਅਰਥ ਕਰ ਦੂਗਾ ਮੈਂ ਉਸ ਨੂੰ ਇਨਾਮ ਦਿਆਂਗਾ, ਇਹਦਾ ਕੋਈ ਅਰਥ ਨਹੀਂ ਕਰ ਸਕਦਾ।
ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਵੀ ਤੇਰੀ ਕਵਿਤਾ ਦੇ ਅਰਥ ਜਿਹੜੇ ਸਾਡੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਘਾਹੀ ਆ ਨਾ, ਉਹ ਕਰ ਦੇਣਗੇ। ਕਹਿੰਦਾ ਮਹਾਰਾਜ ਮੈਂ ਇੰਨੀ ਵਿੱਦਿਆ ਪੜ੍ਹੀ ਕਾਂਸ਼ੀ ਦੇ ਅੰਦਰ, ਵੇਦ ਸ਼ਾਸਤਰ, ਇੰਨੀ ਮੈਨੂੰ ਗਿਆਨ ਅਤੇ ਇੰਨੀ ਮਿਹਨਤ ਨਾਲ ਮੈਂ ਕਵਿਤਾ ਰਚੀ, ਅਤੇ ਇੱਕ ਘਾਹ ਪਾਉਣ ਵਾਲੇ ਬੰਦੇ ਕਿਵੇਂ ਅਰਥ ਕਰ ਦੇਣਗੇ। ਮਹਾਰਾਜ ਕਹਿੰਦੇ ਵੀ ਸੱਦ ਦਿੰਦੇ ਆ, ਤੇਰੇ ਸਾਹਮਣੇ ਕਰ ਦੇਣਗੇ। ਉਸ ਸਮੇਂ ਭਾਈ ਧੰਨਾ ਸਿੰਘ ਘਾਹੀ, ਉਸ ਨੂੰ ਸਤਿਗੁਰਾਂ ਨੇ ਸਿੱਖ ਨੂੰ ਹੁਕਮ ਕੀਤਾ ਵੀ ਸੱਦ ਕੇ ਲਿਆਓ। ਅਤੇ ਭਾਈ ਧੰਨਾ ਸਿੰਘ ਜਿਹੜਾ ਸੀ, ਉਹ ਘੋੜਿਆਂ ਦੀ ਸੇਵਾ ਕਰਦਾ, ਘਾਹ ਪਾਉਂਦਾ ਖੋਤ ਖੋਤ ਕੇ। ਜਦੋਂ ਇਸ ਪੰਡਿਤ ਨੇ ਕਵਿਤਾ ਪੜ੍ਹੀ ਅਤੇ ਭਗਤ ਧੰਨਾ ਜੀ ਨੇ ਨਾਲ ਦੀ ਨਾਲ ਇਹਦੇ ਅਰਥ ਕਰ ਦਿੱਤੇ। ਨਵਸਾਤ ਤੀਏ ਨਵਸਾਤ ਪੀਏ, ਨਵਸਾਤ ਕੀਏ ਨਵਸਾਤ ਪੀ ਆਏ। ਇਹ ਸਾਰੀ ਰਚਨਾ ਦੇ ਅੰਦਰ 16 ਦੀ ਗਿਣਤੀ ਇਸ ਨੇ ਰੱਖੀ ਵੀ ਉਹ ਸ਼ਬਦ ਜਿਹਦੇ ਵਿੱਚ 16 ਦੇ ਨਾਲ ਸੰਬੰਧਿਤ ਚੀਜ਼ਾਂ ਆਉਂਦੀਆਂ, 16 ਅੰਕ ਦੇ ਨਾਲ, ਵੀ 16 ਦਿਨ, 16 ਤਰ੍ਹਾਂ ਦਾ ਸ਼ਿੰਗਾਰ, ਵੀ ਜਿਹਦੇ ਵਿੱਚ 16 ਦੀ ਗਿਣਤੀ ਵੱਧ ਆਵੇ, ਉਹ ਇਸ ਨੇ ਕਵਿਤਾ ਰਚੀ। ਅਤੇ ਭਾਈ ਧੰਨਾ ਸਿੰਘ ਜੀ ਨੇ ਨਾਲ ਦੀ ਨਾਲ ਅਰਥ ਕਰਕੇ ਇੱਕ ਆਪਦੀ ਕਵਿਤਾ ਰਚ ਦਿੱਤੀ। ਉਹਦੇ ਫਿਰ ਅਰਥ ਨਹੀਂ ਹੋਏ ਇਹਦੇ ਕੋਲੋਂ। ਫਿਰ ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਗਿਆਨ ਧਿਆਨ ਜਿਹੜਾ ਪੜ੍ਹਨਾ ਹੈ ਨਾ, ਇਹ ਮਨ ਨੂੰ ਸਮਝਾਉਣ ਵਾਸਤੇ ਹੈ, ਮਨ ਨੂੰ ਪੁੱਠੇ ਪਾਸਿਓਂ ਰੋਕਣ ਵਾਸਤੇ ਹੈ। ਪਰ ਜੇ ਇਹਦਾ ਕੋਈ ਹੰਕਾਰ ਕਰੇ ਅਤੇ ਫਿਰ ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਭਗਤ ਜੀ ਕਹਿੰਦੇ ਕਵਿਤ ਪੜ੍ਹੇ ਪੜ੍ਹ ਕਵਿਤਾ ਮੂਏ। ਤਰ੍ਹਾਂ ਤਰ੍ਹਾਂ ਦੀਆਂ ਕਵਿਤਾਵਾਂ ਨੂੰ ਪੜ੍ਹਨ ਵਾਲੇ ਜਿਹੜੇ ਕਵੀ ਹਨ, ਉਹ ਵੀ ਮਰ ਗਏ, ਖਪ ਗਏ ਹਨ। ਕੱਪੜ ਕੇ ਦਾਰੈ ਜਾਈ। ਇਸੇ ਪ੍ਰਕਾਰ ਹੀ ਕੱਪੜ ਕੇ ਦਾਰੈ ਜਾਈ, ਇੱਕ ਭੇਖ ਹੈ ਕਾਪੜੀਆਂ ਦਾ। ਹਿੰਦੂ ਮਤ ਦੇ ਅੰਦਰ, ਸਨਾਤਨ ਧਰਮ ਦੇ ਅੰਦਰ ਭੇਖ ਬੜੇ ਹੈ। ਜੋਗੀ ਹੁੰਦੇ ਹੈ, ਜੰਗਮ, ਸਰੇਵੜੇ, ਦਰਵੇਸ਼ੀ, ਸੰਨਿਆਸੀ, ਬੈਰਾਗੀ। ਇਸੇ ਪ੍ਰਕਾਰ ਇੱਕ ਭੇਖ ਹੁੰਦਾ ਕਾਪੜੀਆਂ ਦਾ, ਜਿਹੜੇ ਗੇਰੂ ਰੰਗੇ ਵਸਤਰ ਪਾਉਂਦੇ ਆ। ਅਤੇ ਉਹ ਕੇਦਾਰੈ ਜਾਈ, ਕੇਦਾਰਨਾਥ ਜਿੱਥੇ ਸਦਾ ਸ਼ਿਵ ਨਾਮ ਕਰਕੇ ਮੰਦਰ ਹੈ ਭਗਵਾਨ ਸ਼ਿਵ ਜੀ ਦਾ, ਉੱਥੇ ਜਾਂਦੇ ਹੈ। ਅਤੇ ਉੱਥੇ ਜਾ ਕੇ ਫਿਰ ਉਹ ਪੂਜਾ ਕਰਦੇ ਹੈ। ਉਹਨਾਂ ਦਾ ਨਿਯਮ ਹੈ ਵੀ ਜਾਣਾ ਹੀ ਜਾਣਾ। ਅਤੇ ਕੱਪੜੇ ਉਹਨਾਂ ਦੇ ਗੇਰੂ ਰੰਗੇ ਰਹਿੰਦੇ ਸਾਰੀ ਜ਼ਿੰਦਗੀ। ਅਤੇ ਉੱਥੇ ਜਾ ਕੇ ਉਹ ਪੂਜਾ ਅਰਚਨਾ ਕਰਦੇ ਆ। ਭਗਤ ਜੀ ਕਹਿੰਦੇ ਕਈ ਐਸੇ ਹਨ ਕੱਪੜ ਕੇ ਦਾਰੈ ਜਾਈ, ਕਾਪੜੀਆ ਭੇਖ ਬਣਾ ਕੇ ਅਤੇ ਕੇਦਾਰਨਾਥ ਨੂੰ ਜਾਂਦੇ ਹਨ। ਜਟਾ ਧਾਰ ਧਾਰ ਜੋਗੀ ਮੋਏ। ਇਸੇ ਪ੍ਰਕਾਰ ਹੀ ਜਿਹੜੇ ਜੋਗੀ ਲੋਕ ਹਨ, ਉਹ ਜਟਾਂ ਨੂੰ ਧਾਰ ਧਾਰ ਕੇ, ਜੜਾਵਾਂ ਨੂੰ ਧਾਰਨ ਕਰਨਾ। ਜਟਾਂ ਜਿਹੜੀਆਂ ਹਨ, ਜਿਹੜੇ ਜੋਗੀ ਲੋਕ ਹੈ, ਜੰਗਲਾਂ ਦੇ ਅੰਦਰ ਰਹਿੰਦੇ ਹੈ, ਉਹ ਬੋਹੜ ਦਾ ਦੁੱਧ ਲਾ ਕੇ ਅਤੇ ਜੜ੍ਹ ਦੇ ਵਿੱਚੋਂ ਵਾਲ ਬੰਨ੍ਹ ਦਿੰਦੇ ਹੈ। ਅਤੇ ਉਹਦੀਆਂ ਵੱਖੋ ਵੱਖਰੀਆਂ ਲਟਾਂ ਬਣਾ ਕੇ, ਬੰਨ੍ਹ ਬੰਨ੍ਹ ਕੇ, ਦੁੱਧ ਲਾ ਲਾ ਕੇ, ਫਿਰ ਉਹ ਲੰਮੀਆਂ ਲੰਮੀਆਂ ਜੜਾਵਾਂ ਬਣਾ ਲੈਂਦੇ। ਅਤੇ ਉਹਨਾਂ ਨੂੰ ਇਹੀ ਹੈ ਵੀ ਅਸੀਂ ਜਟਾ ਜੂਟ ਹਾਂ, ਕਿ ਅਸੀਂ ਸ਼ਿਵ ਜੀ ਦਾ ਸਰੂਪ ਧਾਰਨ ਕੀਤਾ, ਸ਼ਿਵ ਜੀ ਦੀਆਂ ਜਟਾਂ ਹਨ। ਅਤੇ ਭਗਤ ਜੀ ਕਹਿੰਦੇ ਜਟਾ ਧਾਰ ਧਾਰ ਜੋਗੀ ਮੂਏ। ਜਿਹੜੇ ਜੋਗੀ ਲੋਕ ਹਨ, ਉਹ ਜਟਾਵਾਂ ਨੂੰ ਧਾਰਨ ਕਰ ਕਰਕੇ ਇੰਨੀਆਂ ਲੰਮੀਆਂ ਹਨ, ਇੰਨੀਆਂ ਸਾਂਭੀਆਂ ਹਨ। ਉਸੇ ਦੇ ਵਿੱਚ ਹੀ ਅਤੇ ਜੰਗਲਾਂ ਦੇ ਵਿੱਚ ਹੀ ਰਹਿ ਕੇ ਅਤੇ ਤਪ ਕਰ ਕਰਕੇ, ਰਿੱਧੀਆਂ ਸਿੱਧੀਆਂ ਹਾਸਲ ਕਰਕੇ ਉੱਥੇ ਤੱਕ ਹੀ ਖੜ੍ਹ ਗਏ ਹਨ। ਤੇਰੀ ਗਤ ਇਨਹਿ ਨਾ ਪਾਈ। ਭਗਤ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਤੇਰੀ ਪ੍ਰਾਪਤੀ ਦੀ ਜਿਹੜੀ ਗਤੀ ਹੈ ਨਾ, ਵੀ ਤੂੰ ਪ੍ਰਾਪਤ ਹੋ ਜਾਏ, ਆਤਮਾ ਤੇਰੇ ਵਿੱਚ ਮਿਲ ਜਾਏ, ਆਤਮਾ ਪ੍ਰਾਤਮਾ ਇੱਕੋ ਕਰੈ, ਇਹ ਜਿਹੜੀ ਅਵਸਥਾ ਸੀ ਇਹਦੇ ਤੱਕ ਨਹੀਂ ਪਹੁੰਚੇ ਹਨ। ਦਰਬ ਸੰਚ ਸੰਚ ਰਾਜੇ ਮੋਏ। ਇਸੇ ਪ੍ਰਕਾਰ ਭਗਤ ਜੀ ਅੱਗੇ ਬਚਨ ਕਰਦੇ ਹਨ। ਰਾਜੇ ਲੋਕ ਜਿਹੜੇ ਹਨ, ਜਿਨ੍ਹਾਂ ਨੇ ਮਾਇਆ ਨੂੰ ਇਕੱਠਿਆਂ ਕਰਨ ਦੇ ਯਤਨ ਕੀਤੇ। ਮਾਇਆ ਜਿਹੜੀ ਹੈ ਨਾ, ਇਹ ਜਿੰਨੀ ਜ਼ਿਆਦਾ ਹੋਏਗੀ ਓਨਾ ਹੀ ਸੁੱਖ ਹੋਏਗਾ,
ਤੇ ਜਿੰਨਾ ਜ਼ਿਆਦਾ ਸੁੱਖ ਹੋਏਗਾ ਉਨਾ ਹੀ ਛੇਤੀ ਫਿਰ ਜੀਵ ਜਿਹੜਾ ਰੱਬ ਨਾਲ ਜੁੜ ਸਕਦਾ, ਕਿ ਕਿਸੇ ਚੀਜ਼ ਦੀ ਕੋਈ ਤੰਗੀ ਨਾ ਹੋਵੇ। ਤੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਦਰਬ ਸੰਚ ਸੰਚ ਰਾਜੇ ਮੂਏ। ਦਰਬ ਜਿਹੜੀ ਮਾਇਆ ਹੈ, ਧਨ ਹੈ, ਇਸ ਨੂੰ ਇਕੱਠਿਆਂ ਕਰਦੇ ਕਰਦੇ ਜਿਹੜੇ ਰਾਜੇ ਹਨ ਉਹ ਮਰ ਖਪ ਗਏ ਹਨ। ਗੱਡ ਲੈ ਕੰਚਨ ਭਾਰੀ। ਇੱਥੋਂ ਤੱਕ ਕਿ ਸੋਨੇ ਨੂੰ ਧਰਤੀ 'ਚ ਗੱਡ ਗੱਡ ਕੇ, ਭਾਵ ਕਿ ਸੋਨਾ ਇਕੱਠਾ ਕਰ ਕਰਕੇ ਲੋਕਾਂ ਤੋਂ ਖੋਹ ਖੋਹ ਕੇ ਟੈਕਸ ਲਾ ਲਾ ਕੇ ਤੇ ਉਹ ਧਰਤੀ 'ਚ ਗੱਡ ਗੱਡ ਕੇ ਬੜਾ ਭਾਰੀ ਮਾਇਆ ਸੋਨਾ ਧਨ ਇਹਨੂੰ ਇਕੱਠਿਆਂ ਕਰਦੇ ਹੋਏ ਖਪ ਗਏ ਹਨ। ਵੇਦ ਪੜ੍ਹੇ ਪੜ੍ਹ ਪੰਡਿਤ ਮੂਏ। ਇਸੇ ਪ੍ਰਕਾਰ ਹੀ ਵੇਦਾਂ ਨੂੰ ਪੜ੍ਹਨ ਵਾਲੇ ਜਿਹੜੇ ਪੰਡਿਤ ਲੋਕ ਹਨ ਉਹ ਵੇਦਾਂ ਨੂੰ ਪੜ੍ਹਦੇ ਪੜ੍ਹਦੇ ਹੀ ਉਹਦੇ ਵਿੱਚ ਹੀ ਖਚ ਗਏ ਹਨ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਆਉਂਦਾ ਹੈ, ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ। ਅਰਧ ਉਰਧ ਕੈ ਪਚ ਰਹਿਆ ਚਾਰੋਂ ਵੇਦੋਂ ਮਾਹੇ। ਕਿ ਚਾਰ ਵੇਦਾਂ ਦੇ ਜਿਹੜੇ ਸਿਧਾਂਤ ਹੈ ਉਹਨਾਂ ਦੇ ਵਿੱਚ ਹੀ ਜਿਹੜੇ ਕੋਈ ਪੰਡਿਤ ਲੋਕ ਹਨ ਵੇਦਾਂ ਨੂੰ ਪੜ੍ਹਦੇ ਹੋਏ ਖਪ ਜਾਂਦੇ ਹਨ। ਰੂਪ ਦੇਖ ਦੇਖ ਨਾਰੀ। ਇਸੇ ਪ੍ਰਕਾਰ ਹੀ ਜਿਹੜੇ ਕੋਈ ਕਾਮੀ ਲੋਕ ਹਨ ਉਹ ਰੂਪ ਦੇਖ ਦੇਖ ਨਾਰੀ, ਕਿ ਤ੍ਰੀਮਤਾਂ ਦੇ ਇਸਤਰੀਆਂ ਦੇ ਸੋਹਣੇ ਸਰੂਪ ਨੂੰ ਵੇਖ ਵੇਖ ਕੇ ਤੇ ਕਾਮੀ ਬਿਰਤੀ ਨੂੰ ਧਾਰਨ ਕਰਕੇ ਉਹ ਵੀ ਆਪਣਾ ਜੀਵਨ ਜਿਹੜਾ ਉਹ ਬਰਬਾਦ ਕਰ ਲੈਂਦੇ ਹੈ। ਜਾਂ ਇਸੇ ਪ੍ਰਕਾਰ ਰੂਪ ਦੇਖ ਦੇਖ ਨਾਰੀ, ਜਿਹੜੀਆਂ ਇਸਤਰੀਆਂ ਹਨ ਉਹ ਆਪਣੇ ਰੂਪ ਦਾ ਮਾਣ ਕਰਦੀਆਂ ਹੋਈਆਂ ਸ਼ੀਸ਼ਿਆਂ ਪਾਣੀ ਦੇ ਵਿੱਚ ਵੇਖ ਵੇਖ ਕੇ ਕਿ ਇੱਡਾ ਸੁੰਦਰ ਸਰੂਪ ਹੈ, ਉਹ ਵੀ ਆਪਣੇ ਰੂਪ ਦਾ ਅਭਿਮਾਨ ਕਰਕੇ ਹੰਕਾਰ ਕਰਦੀਆਂ ਹੋਈਆਂ ਨਾਸ ਹੋ ਜਾਂਦੀਆਂ ਹਨ। ਰਾਮ ਨਾਮ ਬਿਨ ਸਭੈ ਬਿਗੂਤੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਮੇਸ਼ਰ ਦਾ ਜਿਹੜਾ ਰਾਮ ਰਮਿਆ ਹੋਇਆ ਨਾ ਉਹਦੇ ਨਾਮ ਤੋਂ ਬਿਨਾਂ ਸਭੈ ਬਿਗੂਤੇ, ਇਹ ਸਾਰੇ ਹੀ ਬਿਗੂਤੇ ਕਹੀਏ ਨਾਸ ਹੋ ਜਾਂਦੇ ਹੈ। ਇੱਥੋਂ ਤੱਕ ਕਿ ਬੁੱਤਾਂ ਦੀ ਪੂਜਾ ਕਰਨ ਵਾਲੇ, ਇਸੇ ਪ੍ਰਕਾਰ ਹੀ ਜਟਾਵਾਂ ਨੂੰ ਧਾਰਨ ਕਰਨ ਵਾਲੇ, ਹੋਰ ਤਰ੍ਹਾਂ ਤਰ੍ਹਾਂ ਦੇ ਭੇਖ ਧਾਰਨ ਕਰਨ ਵਾਲੇ, ਮਾਇਆ ਨੂੰ ਇਕੱਠੀ ਕਰਨ ਵਾਲੇ ਰਾਜੇ, ਕਵਿਤਾਵਾਂ ਨੂੰ ਪੜ੍ਹਨ ਵਾਲੇ, ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਪਰ ਜੇ ਪਰਮੇਸ਼ਰ ਦਾ ਰਾਮ ਨਾਮ ਨਹੀਂ ਹੈ ਤਾਂ ਸਭੇ ਬਗੂਤੇ ਸਾਰੇ ਹੀ ਖਰਾਬ ਹੋ ਜਾਂਦੇ ਆ। ਸਭ ਕੀਤਾ ਕਤਰਿਆ ਕਿਸੇ ਅਰਥੇ ਨਹੀਂ ਰਹਿੰਦਾ, ਕਿਉਂਕਿ ਸਭ ਕੁਝ ਕਰਕੇ ਸਗਲ ਮਤਾਂਤ ਕੇਵਲ ਹਰ ਨਾਮ। ਸਾਰੇ ਮਤਾਂ ਦਾ ਅਖੀਰ ਉੱਥੇ ਹੁੰਦਾ ਕਿ ਨਾਮ ਜਪੋ। ਜੇ ਨਾਮ ਨਹੀਂ ਜਪਦਾ ਜੀਵ ਚਾਹੇ ਕਿਤਨਾ ਯਤਨ ਕਰੀ ਜਾਏ, ਕਿੰਨੇ ਸਾਧਨ ਕਰੀ ਜਾਏ, ਨਾਮ ਤੋਂ ਬਿਨਾਂ ਕਲਯੁਗ ਦੇ ਸਮੇਂ ਦੇ ਅੰਦਰ ਪਾਰ ਉਤਾਰਾ ਨਹੀਂ ਹੁੰਦਾ। ਕਿਉਂਕਿ ਹਰੇਕ ਯੁੱਗ ਦੇ ਅੰਦਰ ਹਰੇਕ ਚੀਜ਼ ਦੀ ਆਪੋ ਆਪਣੀ ਜਗ੍ਹਾ ਹੈ। ਸਤਯੁਗ ਦੇ ਅੰਦਰ ਸਤ ਦਾ ਬੋਲਬਾਲਾ ਹੈ, ਦੁਆਪਰ ਦੇ ਅੰਦਰ ਪੂਜਾ ਆਰੰਭ ਹੋਈ, ਤ੍ਰੇਤੇ ਦੇ ਅੰਦਰ ਜੱਗ ਜਿਹੜਾ ਹੈ ਉਹਨਾਂ ਨੂੰ ਕੀਤਾ ਜਾਂਦਾ ਸੀ, ਪਰ ਕਲਯੁਗ ਦੇ ਸਮੇਂ ਦੇ ਅੰਦਰ ਨਾਮ ਹੀ ਸਾਧਨ ਹੈ ਪਰਮੇਸ਼ਰ ਦਾ। ਜਿਹਨੇ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਉਹ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹਨੂੰ ਜਪਣ ਲੱਗ ਜਾਏ ਤੇ ਉਹਨੂੰ ਲੋਕ ਤੇ ਪ੍ਰਲੋਕ ਦੇ ਅੰਦਰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਨਾਮ ਬਿਨ ਸਭੈ ਬਿਗੂਤੇ। ਰਮਿਆ ਹੋਇਆ ਜੋ ਰਾਮ ਪਰਮੇਸ਼ਰ ਹੈ ਉਹਦੇ ਨਾਮ ਤੋਂ ਬਿਨਾਂ ਸਾਰੇ ਹੀ ਜੀਵ ਜਿਹੜੇ ਹਨ ਉਹ ਬਿਗੂਤੇ ਕਹੀਏ ਨਾਸ ਹੋ ਗਏ ਹਨ। ਦੇਖੋ ਨਿਰਖ ਸਰੀਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਗੱਲ ਨੂੰ ਦੇਖੋ ਨਿਰਖ ਸਰੀਰਾ, ਆਪਣੇ ਸਰੀਰ ਦੇ ਅੰਦਰ ਹੀ ਨਿਰਣਾ ਕਰਕੇ ਦੇਖ ਲਓ ਕਿ ਜੇ ਇਹ ਸਰੀਰ ਜਿਸ ਦੇ ਅੰਦਰ ਸਾਡੀ ਜਿੰਦ ਜਾਨ ਹੈ, ਜਿਹਨੂੰ ਅਸੀਂ ਕਹਿੰਦੇ ਸਾਡਾ ਸਰੀਰ ਹੈ, ਇਹ ਮੇਰਾ ਸਿਰ ਹੈ, ਇਹ ਮੇਰੇ ਹੱਥ ਹੈ, ਇਹ ਮੇਰੇ ਪੈਰ ਹੈ, ਇਹ ਮੇਰਾ ਤਨ ਹੈ, ਆਪਾਂ ਇਹੀ ਕਹਿੰਦੇ ਮੇਰਾ ਸਰੀਰ ਹੈ। ਭਗਤ ਜੀ ਕਹਿੰਦੇ ਦੇਖੋ ਨਿਰਖ ਸਰੀਰਾ, ਇਹ ਵੀ ਤੇਰਾ ਨਹੀਂ। ਨਿਰਣਾ ਕਰਕੇ ਦੇਖ ਇਸ ਚੀਜ਼ ਨੂੰ ਵੀ ਇਹ ਕਿਹਦਾ ਹੈ, ਇਹ ਵੀ ਤੇਰਾ ਨਹੀਂ ਹੈ। ਇਹ ਸਰੀਰ ਵੀ ਜਿਹੜਾ ਪੰਜਾਂ ਤੱਤਾਂ ਤੋਂ ਬਣਿਆ ਹੋਇਆ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਪੰਜਾਂ ਤੱਤਾਂ ਤੋਂ ਬਣਿਆ, ਤੇਰਾ ਇਹਦੇ 'ਚ ਕੀ ਹੈ? ਤੇਰਾ ਤੇ ਕੁਝ ਵੀ ਨਹੀਂ। ਇਹ ਤੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ,
ਮਾਤਾ ਪਿਤਾ ਦੇ ਸੰਯੋਗ ਦੁਆਰਾ ਇਹ ਸਰੀਰ ਜਿਹੜਾ ਹੋਂਦ 'ਚ ਆ ਗਿਆ, ਪਰ ਤੇਰਾ ਨਹੀਂ ਹੈ। ਤੇਰਾ ਕੀ ਹੈ? ਤੇਰੀ ਜਿਹੜੀ ਇਹਦੇ ਵਿੱਚ ਆਤਮਾ ਹੈ, ਤੇਰਾ ਆਪਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਜਿਹੜੀ ਜੋਤੀ ਸਰੂਪ ਪਰਮੇਸ਼ਰ ਵਾਹਿਗੁਰੂ ਦੀ ਅੰਸ਼ ਆਤਮਾ ਹੈ, ਉਹ ਤੇਰਾ ਆਪਾ ਹੈ। ਇਸ ਕਰਕੇ ਭਗਤ ਜੀ ਕਹਿੰਦੇ, ਦੇਖੋ ਨਿਰਖ ਸਰੀਰਾ, ਆਪਣੇ ਹੀ ਸਰੀਰ ਦਾ ਨਿਰਣਾ ਕਰਕੇ ਦੇਖ ਲਓ। ਹਰ ਕੇ ਨਾਮ ਬਿਨ ਕਿਨ ਗਤ ਪਾਈ। ਭਗਤ ਜੀ ਕਹਿੰਦੇ, ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿਨ ਗਤ ਪਾਈ। ਕਿਨੇ ਗਤ ਜਿਹੜੀ ਮੁਕਤੀ ਹੈ ਉਹ ਪ੍ਰਾਪਤ ਕੀਤੀ ਹੈ? ਕਿਸੇ ਨੇ ਵੀ ਨਹੀਂ ਕੀਤੀ। ਨਾਮ ਤੋਂ ਬਿਨਾ ਕਿਸੇ ਦੀ ਵੀ ਗਤ ਨਹੀਂ ਹੋਈ, ਕਿਸੇ ਦੀ ਵੀ ਮੁਕਤੀ ਨਹੀਂ ਹੁੰਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਪਿਛਲੇ ਯੁੱਗਾਂ ਤੋਂ ਦੇਖ ਲਈਏ, ਸਤਯੁਗ ਦੇ ਅੰਦਰ ਭਗਤ ਧਰੂ ਜੀ ਨੇ ਨਾਮ ਜਪਿਆ, ਭਗਤ ਪ੍ਰਹਿਲਾਦ ਜੀ ਨੇ ਨਾਮ ਜਪਿਆ, ਤੇ ਸਤਿਗੁਰਾਂ ਨੇ ਹੁਕਮ ਕੀਤਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤੇ ਨਾਮ ਦੁਆਰਾ ਹੀ ਉਹਨਾਂ ਨੂੰ ਐਸੀ ਪਦਵੀ ਦੀ ਪ੍ਰਾਪਤੀ ਹੋਈ। ਭਗਤ ਕਬੀਰ ਸਾਹਿਬ ਭਗਤਾਂ ਨੇ ਨਾਮ ਜਪਿਆ। ਇਸ ਕਰਕੇ ਸਤ ਭਗਤ ਜੀ ਕਹਿੰਦੇ ਹਨ ਕਿ ਹਰ ਕੇ ਨਾਮ ਬਿਨ ਕਿਨ ਗਤ ਪਾਈ। ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿਸੇ ਨੂੰ ਵੀ ਗਤ ਜਿਹੜੀ ਮੁਕਤੀ ਹੈ ਉਹਦੀ ਪ੍ਰਾਪਤੀ ਨਹੀਂ ਹੁੰਦੀ। ਕਹਿ ਉਪਦੇਸ਼ ਕਬੀਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਹ ਸੱਚਾ ਉਪਦੇਸ਼ ਪਰਮੇਸ਼ਰ ਦੇ ਹੁਕਮ ਦੇ ਵਿੱਚ ਅਸੀਂ ਤੁਹਾਨੂੰ ਸਰਵਣ ਕਰਾ ਰਹੇ ਹਾਂ। ਕਹਿ ਉਪਦੇਸ਼ ਕਬੀਰਾ, ਇਹ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਉਪਦੇਸ਼ ਜਿਹੜਾ ਹੈ ਕਿ ਪਰਮੇਸ਼ਰ ਦੇ ਰਾਮ ਦੇ ਨਾਮ ਤੋਂ ਬਿਨਾ ਕਿਸੇ ਦੀ ਵੀ ਗਤ ਜਿਹੜੀ ਮੁਕਤੀ ਹੈ ਉਹ ਨਹੀਂ ਹੁੰਦੀ ਹੈ। ਜਬ ਜਰੀਏ ਤਬ ਹੋਏ ਭਸਮ ਤਨ। ਅੱਗੇ ਭਗਤ ਜੀ ਵਿਰਾਗਮਈ ਸ਼ਬਦ ਉਚਾਰਨ ਕਰਦੇ ਹਨ ਕਿ ਜਬ ਜਰੀਏ ਤਬ ਹੋਏ ਭਸਮ ਤਨ, ਕਿ ਜਦੋਂ ਇਹ ਸਰੀਰ ਜਿਹੜਾ ਅਗਨੀ ਦੇ ਵਿੱਚ ਪੈ ਕੇ ਸੜ ਜਾਂਦਾ ਹੈ ਤੇ ਫਿਰ ਇਹਦੀ ਰਾਖ ਭਸਮ ਜਿਹੜੀ ਸਵਾਹ ਹੈ ਉਹ ਬਣ ਜਾਂਦੀ ਹੈ। ਰਹਿ ਕਿਰਮ ਦਲ ਖਾਈ। ਜਾਂ ਜਿਹੜੇ ਨਹੀਂ ਅੱਗ ਦੇ ਵਿੱਚ ਪਾਉਂਦੇ, ਧਰਤੀ ਦੇ ਵਿੱਚ ਗੱਡ ਦਿੰਦੇ ਐ ਇਹ ਸਰੀਰ ਨੂੰ, ਤੇ ਉਹ ਸਰੀਰ ਦੇ ਵਿੱਚੋਂ ਹੀ ਕਿਰਮ ਜਿਹੜੇ ਕੀੜੇ ਐ ਉਹ ਪੈਦਾ ਹੋ ਜਾਂਦੇ ਆ। ਰਹਿ ਕਿਰਮ ਦਲ ਖਾਈ, ਤੇ ਇਹ ਸਰੀਰ ਨੂੰ ਜਿਹੜੇ ਕੋਈ ਕੀੜੇ ਹੈ ਉਹ ਲੱਗ ਕੇ ਖਤਮ ਕਰ ਦਿੰਦੇ ਹਨ। ਕੱਚੀ ਗਾਗਰ ਨੀਰ ਪਰਤ ਹੈ। ਭਗਤ ਜੀ ਕਹਿੰਦੇ ਸਰੀਰ ਇੱਕ ਕੱਚੀ ਗਾਗਰ ਹੈ। ਜਿਵੇਂ ਕੱਚੀ ਗਾਗਰ ਦੇ ਵਿੱਚ ਪਾਣੀ ਪਾਈਏ ਤੇ ਉਹ ਸਿਮਦਾ ਰਹਿੰਦਾ, ਪਾਣੀ ਜਿਹੜਾ ਉਹ ਖਤਮ ਹੋ ਜਾਂਦਾ। ਜਾਂ ਕੱਚੀ ਗਾਗਰ ਨੂੰ ਕਿਸੇ ਪਾਣੀ ਦੇ ਵਿੱਚ ਛੱਡ ਦਈਏ ਉਹ ਖੁਰ ਜਾਂਦੀ ਹੈ। ਇਸੇ ਪ੍ਰਕਾਰ ਹੀ ਭਗਤ ਜੀ ਕਹਿੰਦੇ ਜਿਵੇਂ ਰੇਤਾ ਦੀ ਕੰਧ ਹੋਵੇ ਤੇ ਰੇਤਾ ਦੀ ਕੰਧ 'ਤੇ ਪਾਣੀ ਪਾਈਏ, ਰੇਤਾ ਜਿਹੜੀ ਢਲਣ ਲੱਗ ਜਾਂਦੀ ਹੈ। ਇਸੇ ਪ੍ਰਕਾਰ ਹੀ ਇਹ ਸਰੀਰ ਇੱਕ ਰੇਤਾ ਦੀ ਕੰਧ ਹੈ, ਕੱਚੀ ਗਾਗਰ ਵਾਂਗ ਹੈ। ਇਹਦੇ ਵਿੱਚ ਸਵਾਸਾਂ ਦਾ ਪਾਣੀ ਉਸ ਪਰਮੇਸ਼ਰ ਨੇ ਭਰਿਆ ਹੋਇਆ। ਕੱਚੀ ਗਾਗਰ ਨੀਰ ਪਰਤ ਹੈ। ਇਸ ਕੱਚੇ ਸਰੀਰ ਦੇ ਵਿੱਚ ਉਹ ਪਰਮੇਸ਼ਰ ਨੇ ਸਵਾਸਾਂ ਦਾ ਪਾਣੀ ਭਰਿਆ ਹੈ। ਯਾ ਤਨ ਕੀ ਇਹ ਵਡਾਈ। ਭਗਤ ਜੀ ਕਹਿੰਦੇ ਸਰੀਰ ਦੀ ਇੰਨੀ ਕੀ ਵਡਿਆਈ ਹੈ ਵੀ ਅੱਗ 'ਚ ਪਾ ਦਿਓ ਸਵਾਹ ਬਣ ਗਿਆ, ਧਰਤੀ 'ਚ ਗੱਡ ਦਿਓ ਇਹਨੂੰ ਕੀੜੇ ਖਾ ਗਏ। ਤੇ ਕੱਚਾ ਭਾਂਡਾ ਇਹ, ਕੱਚੀ ਗਾਗਰ ਹੈ, ਇਹਦੇ ਵਿੱਚ ਸਵਾਸਾਂ ਦਾ ਪਾਣੀ ਜਦੋਂ ਉਹ ਮੁੱਕ ਗਿਆ ਇਸ ਭਾਂਡੇ ਨੇ ਵੀ ਟੁੱਟ ਜਾਣਾ। ਇਹ ਸਰੀਰ ਦੀ ਇੰਨੀ ਕੁ ਬੁਨਿਆਦ ਹੈ। ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ। ਭਗਤ ਜੀ ਕਹਿੰਦੇ ਹੇ ਭਾਈ, ਫਿਰ ਕਿਸ ਵਾਸਤੇ ਇੰਨਾ ਫੁੱਲਿਆ ਫੁੱਲਿਆ ਰਹਿਣਾ ਹੈ? ਕਿਸ ਵਾਸਤੇ ਇੰਨਾ ਹੰਕਾਰ ਦੇ ਵਿੱਚ ਤੂੰ ਉੱਚੇ ਬੋਲ ਬੋਲਦਾ ਹੈ ਤੇ ਆਪਣੀ ਮਾਇਆ ਦੀ ਮਸਤੀ ਦੇ ਵਿੱਚ ਹਰ ਸਮੇਂ ਫੁੱਲਿਆ ਰਹਿਣਾ? ਕਿਸ ਵਾਸਤੇ ਰਹਿਣਾ ਹੈ? ਜਬ 10 ਮਾਸ ਉਰਦ ਮੁਖ ਰਹਤਾ। ਭਗਤ ਜੀ ਕਹਿੰਦੇ ਜਿਸ ਸਮੇਂ 10 ਮਹੀਨੇ ਮਾਤਾ ਦੇ ਪੇਟ ਦੇ ਵਿੱਚ ਉਰਦ ਮੁਖ ਰਹਤਾ, ਕਿ ਪੈਰ ਸਿਰ ਤਲੇ ਪੈਰ ਉੱਪਰੇ, ਵਸੰਦੋ ਕੋਹਥੜਾ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਦਰਹਿ ਜਿਸ ਦਾ ਨਾਏ। ਕਿ ਜਿਸ ਮਾਤਾ ਦੇ ਪੇਟ ਦੇ ਅੰਦਰ ਸਿਰ ਦੇ ਭਾਰ ਹੋ ਕੇ ਲਟਕਿਆ, ਜਿੱਥੇ ਇੰਨੀਆਂ ਬੇਨਤੀਆਂ ਕੀਤੀਆਂ ਪਰਮੇਸ਼ਰ ਅੱਗੇ, ਇੰਨੀਆਂ ਅਰਦਾਸਾਂ ਕੀਤੀਆਂ ਵੀ ਇੱਥੋਂ ਕੱਢ ਤੇ ਤੇਰਾ ਨਾਮ ਜਪਾਂ, ਤੇਰੀ ਭਗਤੀ ਕਰਾਂ,
ਭਗਤ ਜੀ ਕਹਿੰਦੇ ਉਹ ਜਿਹੜੀ ਅਵਸਥਾ ਸੀ, ਉਹ ਜਿਹੜੀ ਹਾਲਤ ਸੀ, ਸੋ ਦਿਨ ਕੈਸੇ ਭੁੱਲਿਆ। ਉਹ ਜਿਹੜੇ ਦਿਨ ਸੀ ਤੇਰੇ, ਉਹ ਕਿਵੇਂ ਭੁੱਲ ਗਿਆ ਹੁਣ? ਜਿਹੜੇ ਪਰਮੇਸ਼ਰ ਦੇ ਨਾਲ ਵਾਅਦੇ ਕੀਤੇ ਸੀ, ਉਹ ਭੁੱਲ ਗਿਆ ਹੁਣ। ਜੀਵ ਜਿਹੜਾ ਮਾਤਾ ਦੇ ਗਰਭ ਦੇ ਅੰਦਰ, ਜਿੱਥੇ ਇਸ ਨੂੰ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਲਿਖਿਆ ਹੋਇਆ ਵੀ 100 ਜਨਮ ਤੱਕ ਸੋਝੀ ਹੁੰਦੀ ਹੈ, ਵੀ ਮੈਂ ਕੀ ਕੀ ਜਨਮ ਧਾਰਨ ਕੀਤੇ ਤੇ ਕੀ ਕੁਝ ਕੀਤਾ, ਇੰਨੀ ਸੋਝੀ ਹੁੰਦੀ ਹੈ। ਅਤੇ ਉਹ ਸੋਝੀ ਦੇ ਵਿੱਚ ਫਿਰ ਇਹ ਬੇਨਤੀਆਂ ਕਰਦਾ ਪਰਮੇਸ਼ਰ ਅੱਗੇ, ਪਰਮਾਤਮਾ ਅੱਗੇ, ਕਿ ਮੈਨੂੰ ਇਸ ਜਗ੍ਹਾ ਤੋਂ ਤੂੰ ਬਾਹਰ ਕੱਢ ਅਤੇ ਤੇਰੀ ਭਗਤੀ ਕਰਾਂ, ਤੇਰਾ ਨਾਮ ਜਪਾਂ। ਅਤੇ ਭਗਤ ਜੀ ਕਹਿੰਦੇ ਉਹ ਦਿਨ ਸੀ ਜਿਹੜੇ ਤੂੰ ਭੁੱਲ ਗਿਆ ਅਤੇ ਮਾਇਆ ਦੇ ਮਸਤੀ ਦੇ ਵਿੱਚ ਆ ਕੇ ਹੁਣ ਫੁੱਲਿਆ ਫਿਰਦਾ ਹੈ। ਰਹਾਉ ਜੋ ਮਧਮਾਖੀ ਤਿਉ ਸਠੋਰ ਰਸ। ਭਗਤ ਜੀ ਕਹਿੰਦੇ ਜਿਵੇਂ ਮਧੂ ਮੱਖੀਆਂ ਹੁੰਦੀਆਂ ਸ਼ਹਿਦ ਵਾਲੀਆਂ, ਸਠੋਰ ਰਸ, ਜਿਵੇਂ ਮੱਖੀਆਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ, ਹੋਰ ਥਾਵਾਂ ਤੋਂ ਰਸ ਲੈ ਲੈ ਕੇ ਅਤੇ ਸ਼ਹਿਦ ਬਣਾਉਂਦੀਆਂ, ਅਤੇ ਉਹ ਸ਼ਹਿਦ ਨੂੰ ਜਿਹੜੇ ਚੋਣ ਵਾਲੇ ਹੈ, ਫਿਰ ਉਹ ਧੂੰਆਂ ਕਰਕੇ ਜਾਂ ਕੋਈ ਹੋਰ ਯਤਨ ਦੇ ਨਾਲ ਉਹ ਸ਼ਹਿਦ ਨੂੰ ਚੋ ਲੈਂਦੇ ਹੈ, ਉਹ ਸ਼ਹਿਦ ਨੂੰ ਵੱਖਰਿਆਂ ਕਰ ਲੈਂਦੇ ਆ। ਮੱਖੀਆਂ ਜਿਹੜੀਆਂ ਫਿਰ ਉਵੇਂ ਹੀ ਰਹਿ ਜਾਂਦੀਆਂ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਉ ਮਧ ਮਾਖੀ ਸਠੋਰ ਰਸ, ਇਸੇ ਪ੍ਰਕਾਰ ਹੀ ਜਿਹੜਾ ਵਿਸ਼ਿਆਂ ਦਾ ਰਸ ਹੈ, ਇਸ ਸੰਸਾਰ ਦੇ ਸੁੱਖਾਂ ਦਾ ਰਸ ਹੈ। ਜੋਰ ਜੋਰ ਧਨ ਕੀਆ। ਜੀਵ ਨੇ ਜੋੜ ਜੋੜ ਕੇ ਬੜੇ ਯਤਨ ਦੇ ਨਾਲ ਇਕੱਠਾ ਕੀਤਾ। ਜਿਵੇਂ ਮੱਖੀਆਂ ਨੇ ਕਦੇ ਅੱਕ 'ਤੇ, ਕਦੇ ਹੋਰ ਫੁੱਲਾਂ 'ਤੇ, ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਲਿਆ ਕੇ ਸ਼ਹਿਦ ਇਕੱਠਾ ਕੀਤਾ, ਪਰ ਉਹ ਚੋਲਿਆ ਇਨਸਾਨ ਨੇ, ਕੰਮ ਇਨਸਾਨ ਦੇ ਆ ਗਿਆ। ਉਹਨਾਂ ਨੇ ਇੰਨੀ ਮਿਹਨਤ ਕੀਤੀ, ਜੋੜਿਆ। ਇਸੇ ਪ੍ਰਕਾਰ ਹੀ ਕਹਿੰਦੇ ਜਿਹੜਾ ਜੀਵ ਹੈ ਨਾ, ਉਹ ਸੰਸਾਰ ਦੇ ਅੰਦਰ ਜਿੰਨਾ ਧਨ ਹੈ, ਇਸ ਨੂੰ ਜੋੜਨ 'ਤੇ ਲਾ ਦਿੰਦਾ ਸਮਾਂ। ਆਹ ਵੀ ਜੋੜ ਲਿਆ ਜਾਏ, ਆਹ ਵੀ ਜੋੜ ਲਿਆ ਜਾਏ, ਜੋੜ ਜੋੜ ਕੇ ਇੰਨਾ ਇਕੱਠਾ ਕਰ ਲੈਂਦਾ ਹੈ। ਮਰਤੀ ਬਾਰ ਲੇਹੁ ਲੇਹੁ ਕਰੀਐ। ਭਗਤ ਜੀ ਕਹਿੰਦੇ ਜਦੋਂ ਅੰਤਲਾ ਸਮਾਂ ਆਉਂਦਾ ਨਾ, ਮਰਨ ਦੇ ਕਿਨਾਰੇ ਹੁੰਦਾ, ਫਿਰ ਲੇਹੋ ਲੇਹੋ ਸਭ ਹੈ। ਫਿਰ ਉਹ ਜਿੰਨੇ ਸੰਗੀ ਸਾਥੀ ਹੈ, ਜਿੰਨੇ ਰਿਸ਼ਤੇਦਾਰ, ਯਾਰ ਮਿੱਤਰ, ਦੋਸਤ ਹਨ, ਉਹ ਕਹਿੰਦੇ ਆ ਵੀ ਹੁਣ ਅਖੀਰਲੇ ਸਵਾਸਾਂ 'ਤੇ ਇਹਨੂੰ ਪੁੱਛ ਲਓ ਵੀ ਕਿੱਥੇ ਕਿੱਥੇ ਰੱਖਿਆ। ਉਹਨਾਂ ਦਾ ਸੰਬੰਧ ਇੱਥੋਂ ਤੱਕ ਹੈ। ਜੋੜਿਆ ਇਨਸਾਨ ਨੇ, ਸਾਰੀ ਜ਼ਿੰਦਗੀ ਲਾਤੀ ਵੀ ਇੰਨਾ ਕੁ ਜੋੜ ਕੇ ਕਾਹਦੇ ਵਾਸਤੇ ਜੋੜਦਾ? ਛੱਡ ਕੇ ਜਾਣ ਵਾਸਤੇ। ਵੀ ਇੰਨਾ ਜੋੜਿਆ ਅਤੇ ਕਾਹਦੇ ਵਾਸਤੇ? ਵੀ ਛੱਡ ਕੇ ਚੱਲ ਜਾਣਾ। ਜੇ ਛੱਡ ਕੇ ਹੀ ਜਾਣਾ ਸੀ ਫਿਰ ਜੋੜਿਆ ਕਿਉਂ? ਭਗਤ ਜੀ ਕਹਿੰਦੇ ਕਿ ਉਸ ਨੂੰ ਜੋੜਦਿਆਂ ਹੋਇਆਂ ਉਮਰ ਲੰਘ ਗਈ, ਪਰ ਜਦੋਂ ਅੰਤਲਾ ਸਮਾਂ ਆਇਆ ਫਿਰ ਲੇਹੋ ਲੇਹੋ, ਫਿਰ ਸਾਰੇ ਕਹਿੰਦੇ ਆ ਵੀ ਇਹਦੇ ਤੋਂ ਲੈ ਲਓ, ਹੁਣ ਪੁੱਛ ਲਓ ਵੀ ਕਿੱਥੇ ਕੁ ਰੱਖਿਆ ਹੈ। ਭੂਤ ਰਹਿਣ ਕਿਉ ਦੀਆ। ਤੇ ਨਾਲ ਇਹ ਕਹਿੰਦੇ ਆ ਵੀ ਇਹਨੂੰ ਹੁਣ ਕਿਉਂ ਰੱਖਿਆ ਇੱਥੇ? ਭੂਤ ਰਹਿਣ ਕਿਉਂ ਦੀ ਆ? ਵੀ ਹੁਣ ਤੇ ਭੂਤ ਬਣ ਗਿਆ, ਹੁਣ ਸ਼ਾਮਾਂ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਇਹਨੂੰ ਕੱਢੋ, ਵੀ ਹੁਣ ਨਹੀਂ ਇੱਥੇ ਰਹਿਣ ਦੇਣਾ। ਜਿਸ ਘਰ ਦੇ ਅੰਦਰ ਉਹ 80 ਵਰ੍ਹੇ ਰਿਹਾ, ਬਾਅਦ ਦੇ ਵਿੱਚ ਇੱਕ ਦਿਨ ਵੀ ਰੱਖਣਾ ਔਖਾ ਹੋ ਜਾਂਦਾ। ਇਹ ਸਰੀਰ ਦੀ ਇੰਨੀ ਕੁ ਖੇਡ ਹੈ। ਇਸ ਕਰਕੇ ਭਗਤ ਜੀ ਕਹਿੰਦੇ ਆ, ਫਿਰ ਸਾਰੇ ਕਹਿੰਦੇ ਆ ਭੂਤ ਰਹਿਣ ਕਿਉਂ ਦੀ ਆ? ਫਿਰ ਇਹ ਕਹਿੰਦੇ ਆ ਵੀ ਹੁਣ ਕਿਉਂ ਰੱਖਿਆ ਇਸ ਨੂੰ? ਦੇਹੁਰੀ ਲੋ ਬਰੀ ਨਾਰ ਸੰਗ ਭਈ। ਭਗਤ ਜੀ ਕਹਿੰਦੇ ਕਿ ਦੇਹੁਰੀ ਜਿਹੜੀ ਘਰ ਦੀ ਦਹਲੀਜ਼ ਹੈ, ਡਿਉੜੀ ਹੈ, ਉੱਥੋਂ ਤੱਕ ਜਿਹੜੀ ਘਰ ਦੀ ਜਿਹੜੀ ਨਾਲ ਜਿਹੜੀ ਕਹਿੰਦਾ ਸੀ ਵੀ ਇਹ ਮੇਰੇ 7 ਜਨਮਾਂ ਤੱਕ ਸਾਥ ਨਿਭਣ ਵਾਲੀ ਘਰ ਵਾਲੀ ਹੈ, ਉਹ ਵੀ ਕਹਿੰਦੇ ਘਰ ਦੀ ਦਹਲੀਜ਼ ਤੱਕ ਸਾਥ ਨਿਭਾਉਂਦੀ ਹੈ। ਅੱਗੇ ਸੱਜਣ ਸੁਹੇਲਾ। ਉਸ ਤੋਂ ਅੱਗੇ ਜਿਹੜਾ ਸਰੀਰ ਹੈ, ਫਿਰ ਸ਼ਮਸ਼ਾਨ ਭੂਮੀ ਤੱਕ ਜਿਹੜੇ ਸੱਜਣ ਹਨ, ਸੰਬੰਧੀ ਹਨ, ਉਹ ਲੈ ਕੇ ਜਾਂਦੇ ਹਨ। ਮਰਕਟ ਲਓ ਸਭ ਲੋਕ ਕੁਟੰਬ ਭਇਓ। ਭਗਤ ਜੀ ਕਹਿੰਦੇ ਕਿ ਜਿੰਨਾ ਚਿਰ ਇਹ ਸਰੀਰ ਨੂੰ ਅੱਗ ਨਹੀਂ ਲੱਗਦੀ, ਚੰਡਾ ਨਹੀਂ ਲੱਗਦਾ, ਉਹਨਾਂ ਚਿਰ ਸਾਰੇ ਕੁਟੰਬ, ਸਾਰੇ ਲੋਕ ਉੱਥੇ ਤੱਕ ਜਾਂਦੇ ਹੈ। ਪਰ ਜਦੋਂ ਇਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ, ਅੱਗ ਦੇ ਵਿੱਚ ਮੱਚਣ ਲੱਗ ਜਾਂਦਾ ਹੈ। ਅੱਗੇ ਹੰਸ ਅਕੇਲਾ। ਭਗਤ ਜੀ ਕਹਿੰਦੇ ਅੱਗੇ ਤੇ ਫਿਰ ਕੋਈ ਨਹੀਂ ਗਿਆ,
ਅੱਗੇ ਹੰਸ ਅਕੇਲਾ, ਅੱਗੇ ਤੇ ਇਕੱਲੇ ਨੂੰ ਹੀ ਜਾਣਾ ਪੈਣਾ। ਅੱਗੇ ਜਿਹੜਾ ਹੰਸ ਹੈ ਉਹ ਇਕੱਲਾ ਹੀ ਹੈ। ਘਰ ਤੱਕ ਰਹਿ ਗਏ ਜੀਵ, ਫਿਰ ਉੱਥੋਂ ਤੱਕ ਚਲੇ ਗਏ। ਫਿਰ ਜਦੋਂ ਅੱਗੇ ਅੱਗ ਹਵਾਲੇ ਹੋ ਗਿਆ, ਫਿਰ ਅੱਗੇ ਕੋਈ ਨਹੀਂ ਤੁਰਦਾ। ਫਿਰ ਤੇ ਜਦੋਂ ਅੱਗ ਲੱਗਦੀ ਹੈ ਫਿਰ ਤੇ ਦੂਰ ਦੂਰ ਹੋ ਜਾਂਦੇ ਹੈ ਕਿ ਸੇਕ ਆਉਂਦਾ। ਪਰ ਅੱਗੇ ਪ੍ਰਲੋਕ ਦੇ ਅੰਦਰ ਫਿਰ ਕੌਣ ਗਿਆ? ਅੱਗੇ ਤੇ ਹੰਸ ਇਕੱਲਾ ਹੀ ਹੈ, ਅੱਗੇ ਤੇ ਜੀਵ ਇਕੱਲਾ ਹੀ ਜਾ ਰਿਹਾ। ਇਸ ਕਰਕੇ ਭਗਤ ਜੀ ਕਹਿੰਦੇ ਹਨ ਕਿ ਉਸ ਪਰਮੇਸ਼ਰ ਦੀ ਦਰਗਾਹ ਤੱਕ ਪਹੁੰਚਣ ਵਾਲੀ ਕਿਹੜੀ ਸ਼ੈ ਹੈ? ਕਹਿਤ ਕਬੀਰ ਸੁਨਹੁ ਰੇ ਪ੍ਰਾਨੀ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੇ ਪ੍ਰਾਣਾ ਧਾਰੀ ਜੀਵ, ਸੋਨਾ ਕਰੋ ਮਨ ਦੇ ਨਾਲ। ਪਰੇ ਕਾਲ ਗ੍ਰਸ ਕੂਆ। ਕਿ ਜਿਹੜਾ ਜੀਵ ਹੈ ਪਰੇ ਕਾਲ ਗ੍ਰਸ ਕੂਆ, ਕਾਲ ਜਿਹੜੀ ਮੌਤ ਹੈ ਉਹਦੇ ਗਰਸਿਆ ਹੋਇਆ ਜੀਵ ਜਿਹੜਾ ਨਾ ਇਹ ਸੰਸਾਰ ਰੂਪੀ ਖੂਹ ਦੇ ਵਿੱਚ ਪਿਆ ਹੋਇਆ। ਇਹ ਸੰਸਾਰ ਐਸਾ ਖੂਹ ਹੈ, ਇਹਦੇ ਵਿੱਚ ਲਟਕ ਰਿਹਾ, ਅਤੇ ਜਦੋਂ ਇਹ ਡਿੱਗ ਪਿਆ ਤੇ ਫਿਰ ਸਿੱਧਾ ਹੀ ਕਾਲ ਦੇ ਮੂੰਹ ਦੇ ਵਿੱਚ, ਮੌਤ ਦੇ ਮੂੰਹ ਦੇ ਵਿੱਚ ਇਸ ਨੇ ਜਾਣਾ ਹੈ। ਝੂਠੀ ਮਾਇਆ ਆਪ ਬੰਧਾਇਆ। ਭਗਤ ਜੀ ਕਹਿੰਦੇ ਜਿਹੜੀ ਝੂਠੀ ਮਾਇਆ ਸੀ ਨਾ, ਵੀ ਜਿਹਨੇ ਸਾਥ ਹੀ ਨਹੀਂ ਨਿਭਣਾ ਸੀ, ਇੱਥੇ ਹੀ ਰਹਿ ਜਾਣਾ ਸੀ, ਉਹਦੇ ਪਿੱਛੇ ਲੱਗ ਕੇ ਆਪ ਬੰਧਾਇਆ। ਆਪਣੇ ਆਪੇ ਨੂੰ ਇਸ ਨੇ ਬੰਨ੍ਹ ਲਿਆ, ਆਪ ਉਹਦੇ ਵਿੱਚ ਵੱਜ ਗਿਆ। ਜਿਹੜੀ ਮਾਇਆ ਤੋਂ ਨਿਰਲੇਪ ਹੋਣ ਵਾਸਤੇ ਸਰੀਰ ਮਿਲਿਆ ਸੀ, ਪਰਮੇਸ਼ਰ ਨੇ ਮਨੁੱਖਾ ਸਰੀਰ ਦਿੱਤਾ ਸੀ ਭਗਤੀ ਕਰਨ ਵਾਸਤੇ, ਕਿ ਤੂੰ ਆਪਣੇ ਅਸਲੀ ਘਰ ਦੇ ਵਿੱਚ ਪਹੁੰਚ ਜਾਏ। ਉੱਥੋਂ ਪਹੁੰਚਣ ਦੀ ਬਜਾਏ ਇਹ ਝੂਠੀ ਮਾਇਆ ਦੇ ਵਿੱਚ ਆਪ ਹੀ ਵੱਜ ਗਿਆ ਜੀਵ। ਜੋ ਨਲਨੀ ਭ੍ਰਮ ਸੂਆ। ਭਗਤ ਜੀ ਕਹਿੰਦੇ ਜਿਵੇਂ ਨਲਣੀ ਭ੍ਰਮ ਸੂਆ, ਜਿਵੇਂ ਨਲਕੀ ਦੇ ਉੱਤੇ ਤੋਤਾ ਫਸ ਜਾਂਦਾ। ਜਦੋਂ ਤੋਤੇ ਨੂੰ ਫੜਦੇ ਆ ਨਾ, ਤੋਤਾ ਫੜਨ ਵਾਲੇ ਜਿਹੜੇ ਸ਼ਿਕਾਰੀ ਹੈ ਉਹ ਕੀ ਕਰਦੇ ਆ ਵੀ ਇੱਕ ਬੱਠਲ ਦੇ ਵਿੱਚ ਪਾਣੀ ਪਾ ਲੈਂਦੇ ਆ। ਵੱਡੇ ਸਾਰਾ ਬੱਠਲ ਲੈ ਕੇ ਪਾਣੀ ਪਾ ਕੇ ਤੇ ਦੋਵੇਂ ਪਾਸੇ ਉਹਦੇ ਡੰਡੇ ਲਾ ਕੇ ਤੇ ਵਿਚਾਲੇ ਤੱਕਲਾ ਲਾ ਦਿੰਦੇ ਆ, ਜਿਹੜੀ ਕੋਈ ਸੀਖ ਲਾ ਦਿੰਦੇ ਆ ਲੋਹੇ ਦੀ ਘੁੰਮੇ ਜਿਹੜੀ ਫਿਰਨ ਵਾਲੀ, ਤੇ ਉਹਦੇ ਨਾਲ ਰੱਸੀ ਨਾਲ ਲਮਕਾ ਕੇ ਅਨਾਰ ਟੰਗ ਦਿੰਦੇ ਆ ਕਿ ਅਨਾਰ ਜਿਹੜਾ ਇਹਦੇ 'ਤੇ ਤੋਤਾ ਬਹੁਤ ਛੇਤੀ ਆਉਂਦਾ। ਅਤੇ ਜਦੋਂ ਉਹ ਤੱਕਲੇ ਦੇ ਉੱਤੇ ਆਪਣੇ ਪੈਰ ਜਮਾ ਕੇ ਬੈਠਦਾ ਅਤੇ ਨੀਵਾਂ ਹੋ ਕੇ ਅਨਾਰ ਨੂੰ ਖਾਣ ਦੀ ਕੋਸ਼ਿਸ਼ ਕਰਦਾ, ਤੱਕਲਾ ਘੁੰਮ ਜਾਂਦਾ। ਜਦੋਂ ਤੱਕਲਾ ਘੁੰਮ ਜਾਂਦਾ, ਤੋਤਾ ਜਿਹੜਾ ਉਹਦਾ ਸਿਰ ਜਿਹੜਾ ਉਹ ਥੱਲੇ ਨੂੰ ਹੋ ਜਾਂਦਾ, ਪੈਰ ਤਾਂ ਨੂੰ ਹੋ ਜਾਂਦੇ, ਥੱਲੇ ਬੱਠਲ ਦੇ ਵਿੱਚ ਪਾਣੀ। ਅਤੇ ਉਹ ਜਦੋਂ ਪਾਣੀ ਉਸ ਨੂੰ ਪੁੱਠੇ ਲਟਕਦੇ ਨੂੰ ਦਿਸਦਾ ਅਤੇ ਇਉਂ ਲੱਗਦਾ ਵੀ ਜਿਵੇਂ ਕੋਈ ਬਹੁਤ ਵੱਡਾ ਸਮੁੰਦਰ ਹੋਵੇ, ਬੜਾ ਵੱਡਾ ਦਰਿਆ ਹੋਵੇ, ਵੀ ਜੇ ਪੈਰ ਛੱਡਤੇ ਤਾਂ ਦਰਿਆ 'ਚ ਰੁੜ ਜਾਣਾ, ਇੱਦਾਂ ਉਹਨੂੰ ਪ੍ਰਤੀਤ ਹੁੰਦਾ ਤੋਤੇ ਨੂੰ। ਫਿਰ ਉਹ ਆ ਕੇ ਉਹਨੂੰ ਫੜ ਲੈਂਦੇ ਆ। ਇਸੇ ਪ੍ਰਕਾਰ ਹੀ ਜੀਵ ਜਿਹੜਾ ਹੈ ਇਹ ਸੰਸਾਰ ਦੀ ਮੋਹ ਮਾਇਆ ਦੇ ਵਿੱਚ ਇੰਨਾ ਫਸ ਜਾਂਦਾ ਵੀ ਇਹਨੂੰ ਲੱਗਦਾ ਵੀ ਜੇ ਛੱਡ ਦਿੱਤਾ ਤਾਂ ਘਰ ਹੀ ਨਹੀਂ ਚੱਲਣਾ, ਮੇਰੇ ਬਿਨਾਂ ਤਾਂ ਬੱਚੇ ਭੁੱਖੇ ਮਰ ਜਾਣੇ ਆ, ਆਹ ਹੋ ਜਾਣਾ, ਕੰਮ ਹੀ ਨਹੀਂ ਕੋਈ ਹੋਣਾ। ਇੰਨਾ ਵੱਝ ਜਾਂਦਾ ਵੀ ਇਹ ਕੰਮਾਂ ਨੂੰ ਪਹਿਲ ਦੇਣ ਲੱਗ ਜਾਂਦਾ ਵੀ ਜੇ ਮੈਂ ਨਾ ਗਿਆ ਨਾ ਤਾਂ ਆਹ ਕੰਮ ਨਹੀਂ ਹੋਣਾ, ਉਹ ਸਭ ਕੁਝ ਹੀ ਜਾਣਾ। ਪਰ ਜੀਵ ਇੰਨਾ ਵੱਝ ਜਾਂਦਾ ਹੈ ਜਿਉਂ ਨਲਣੀ ਭ੍ਰਮ ਸੂਆ, ਜਿਵੇਂ ਉਹ ਤੋਤਾ ਭਰਮ ਦੇ ਵਿੱਚ ਪੈ ਕੇ ਵੱਝ ਗਿਆ ਨਾ, ਅਤੇ ਉਸੇ ਤਰ੍ਹਾਂ ਹੀ ਇਹ ਜੀਵ ਹੈ ਕਿ ਸੰਸਾਰ ਦੀ ਮੋਹ ਮਾਇਆ ਦੇ ਵਿੱਚ ਐਸਾ ਵੱਝ ਜਾਂਦਾ ਹੈ, ਫਿਰ ਇਹਦੇ 'ਚੋਂ ਛੁੱਟਦਾ ਨਹੀਂ। ਜਿਹੜਾ ਇਹਦੇ ਤੋਂ ਛੁਡਾਉਣ ਵਾਲਾ ਉਹ ਪਰਮੇਸ਼ਰ ਦਾ ਨਾਮ ਹੈ, ਕਿ ਨਾਮ ਜਪੀ ਜਾਏ, ਸਭ ਕੁਝ ਉਹਦੇ ਹੁਕਮ ਦੇ ਵਿੱਚ ਹੀ ਹੈ। ਜੋ ਕੁਝ ਪਿੱਛੇ ਬੀਤ ਗਿਆ ਉਹ ਅੱਗੇ ਆਉਣਾ ਨਹੀਂ, ਜਿਹੜਾ ਅੱਗੇ ਆਉਣਾ ਸਮਾਂ ਉਹਦਾ ਆਪਾਂ ਨੂੰ ਪਤਾ ਨਹੀਂ। ਫਿਰ ਜਿਹੜਾ ਚੱਲ ਰਿਹਾ ਇਹਦੇ ਵਿੱਚ ਰੱਬ ਦੀ ਭਗਤੀ ਕਰੀ ਜਾਏ, ਸੇਵਾ ਸਿਮਰਨ ਕਰੀ ਜਾਏ, ਅਤੇ ਬਸ ਜ਼ਿੰਦਗੀ ਸਫਲ ਹੈ। ਕਿਉਂਕਿ ਨਾ ਤਾਂ ਪਿੱਛੇ ਜਿਹੜਾ ਲੰਘ ਹੀ ਗਿਆ ਉਹਨੇ ਦੁਬਾਰੇ ਨਹੀਂ ਆਉਣਾ, ਅਤੇ ਜਿਹੜਾ ਅੱਗੇ ਸਮਾਂ ਉਹਦਾ ਆਪਾਂ ਨੂੰ ਪਤਾ ਨਹੀਂ। ਫਿਰ ਸੰਭਾਲਣ ਵਾਲਾ ਅਤੇ ਜਿਹੜਾ ਚੱਲ ਰਿਹਾ ਸਮਾਂ ਇਹੀ ਹੈ ਵੀ ਵਰਤਮਾਨ ਦੇ ਅੰਦਰ ਹੀ ਪਰਮੇਸ਼ਰ ਦੀ ਭਗਤੀ ਕਰੀ ਜਾਏ, ਅਤੇ ਬਾਕੀ ਉਹਦੇ ਹੁਕਮ ਦੇ ਵਿੱਚ ਸਭ ਕੁਝ ਜਿਹੜਾ ਉਹ ਚੱਲੀ ਜਾਣਾ, ਉਹ ਸੰਸਾਰ ਉਹਨੇ ਚਲਾਈ ਜਾਣਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਭਰਮ ਦੇ ਵਿੱਚ ਪੈ ਕੇ ਜੀਵ ਹੈ ਨਾ ਜਿਹੜਾ, ਉਹ ਇੱਕ ਤੋਤੇ ਦੀ ਨਿਆਈ ਫਸ ਜਾਂਦਾ ਹੈ। ਅਤੇ ਫਿਰ ਇਹ ਜਿਹੜਾ ਮਨੁੱਖਾ ਸਰੀਰ ਮਿਲਿਆ ਸੀ, ਇਹਦੇ ਤੋਂ ਜਿਹੜੀ ਪ੍ਰਾਪਤੀ ਕਰਨੀ ਸੀ ਉਹਦੇ ਤੋਂ ਵਾਂਝਿਆ ਰਹਿ ਜਾਂਦਾ।
ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼, ਜਿਨ੍ਹਾਂ ਨੂੰ ਆਪਾਂ ਮਨ ਬਿਰਤੀਆਂ ਨਾਲ ਸਰਵਣ ਕੀਤਾ ਹੈ, ਸਤਿਗੁਰੂ ਜੀ ਕਿਰਪਾ ਕਰਨੇ ਪੜ੍ਹੇ ਸੁਣੇ ਉਪਦੇਸ਼ ਆਪਣੇ ਸਭ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹਿਤ ਕਬੀਰ ਸੁਨਹੁ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਤੂੰ ਠਾਕੁਰ